Yes, please. Good morning ji ਸਾਰਿਆਂ ਨੂੰ. Good morning ji. Let us start. Today we will study paper number 1, Land Record Manual. ਅਸੀਂ ਪਹਿਲਾਂ ਪੜ੍ਹ ਚੁੱਕੇ ਸੀਗੇ, ਇਹਦੇ 2-3 ਚੈਪਟਰ ਪੜ੍ਹੇ ਸੀਗੇ। ਅੱਜ ਅਸੀਂ ਪੜਾਂਗੇ ਪੇਪਰ ਰਿਗਾਰਡਿੰਗ ਮੋਟੇਸ਼ਨਸ, ਇੰਤਕਾਲਾਂ ਦੇ ਬਾਰੇ ਪੜਾਂਗੇ। ਇੰਤਕਾਲ ਕਿੱਥੋਂ ਸਟਾਰਟ ਹੁੰਦਾ ਹੈ? ਪੈਰਾ 7 ਹੈਗਾ ਇਹਦਾ, ਚੈਪਟਰ 7 ਹੈਗਾ। ਨਿਕਾਲੋ ਜੀ ਆਪਣੇ ਆਪਣੇ ਲੈਂਡ ਰਿਕਾਰਡ ਮੈਨੂਅਲ, ਚੈਪਟਰ 7। ਚੈਪਟਰ 7 ਲੈਂਡ ਰਿਕਾਰਡ ਮੈਨੂਅਲ। ਇਸ ਤੋਂ ਪਹਿਲਾਂ ਅਸੀਂ ਪੜ੍ਹ ਚੁੱਕੇ ਹਾਂ ਚੈਪਟਰ ਨੰਬਰ 3, 4 ਤੇ 6। ਟੁਡੇ ਇਹ ਹੈ ਮੋਟੇਸ਼ਨ ਦੇ ਸੰਬੰਧ ਵਿੱਚ ਮਿਸਲ ਕੀ ਦੇ ਰਿਗਾਰਡਿੰਗ। ਪੈਰਾ ਨੰਬਰ 7.1 ਕੀ ਹੈ ਜੀ? ਇੰਤਕਾਲਾਂ ਦਰਜ ਕਰਨਾ। ਤੁਸੀਂ ਮੇਨ ਜਿਹੜਾ ਐਕਟ ਹੈਗਾ, ਐਕਟ ਪੜ੍ਹ ਕੇ ਗਏ ਹੋ ਪਹਿਲਾਂ। ਅਸੀਂ ਸੈਕਸ਼ਨ 33, 34 ਲੈਂਡ ਐਕਟ ਅਸੀਂ ਪੜ੍ਹਿਆ ਸੀ। ਸੈਕਸ਼ਨ 33, 34 ਉਹ 'ਚ ਕੀ ਲਿਖਿਆ ਗਿਆ ਸੀਗਾ? ਜਦੋਂ ਵੀ ਕੋਈ ਵਿਅਕਤੀ ਕੋਈ ਰਾਈਟਸ ਕ੍ਰੀਏਟ ਕਰਦਾ ਆਪਣੇ ਕਿਸੇ ਵੀ ਤਰੀਕੇ ਦੇ ਨਾਲ, ਚਾਹੇ ਉਹਨੇ ਰਜਿਸਟਰੀ ਕਰਵਾਈ ਹੈ, ਠੀਕ ਹੈ, ਚਾਹੇ ਉਹ ਬੈਦ ਦੀ ਰਜਿਸਟਰੀ ਕਰਾਈ ਹੈ, ਚਾਹੇ ਮੌਰਗੇਜ ਗਹਿਣੇ ਦੀ ਰਜਿਸਟਰੀ ਕਰਵਾਈ ਹੈ, ਚਾਹੇ ਕੋਈ ਉਸਨੂੰ ਕੋਈ ਵਿਰਾਸਤ ਵਿੱਚੋਂ ਕੋਈ ਵਸੀਅਤ ਆਈ ਹੈ, ਕਿਸੇ ਦੀ ਡੈਥ ਹੋਈ ਹੈ, ਕੋਈ ਤਕਸੀਮ ਦਾ ਇੰਤਕਾਲ, ਕੋਈ ਐਗਰੀਮੈਂਟ ਕ੍ਰੀਏਟ ਕੀਤਾ ਉਹਨਾਂ ਨੇ ਆਪਸ ਦੇ ਵਿੱਚ, ਠੀਕ ਹੈ, ਕੋਈ ਤਬਾਦਲਾਨਾਮਾ ਕੀਤਾ ਹੈਗਾ। ਜਦੋਂ ਵੀ ਕੋਈ ਵਿਅਕਤੀ ਕੋਈ ਰਾਈਟਸ ਕ੍ਰੀਏਟ ਕਰਦਾ ਹੈ, ਕਿਸੇ ਨੂੰ ਕੋਈ ਰਾਈਟਸ ਮਿਲਦੇ ਹੈ, ਕਿਸੇ ਵਿਰਾਸਤ ਰਾਹੀਂ ਮਿਲਦੇ ਹੈ, ਕਿਸੇ ਰਜਿਸਟਰੀ ਰਾਹੀਂ ਮਿਲਦੇ ਹੈ, ਤਾਂ ਉਹਦੀ ਮੁੱਢਲੀ ਜ਼ਿੰਮੇਵਾਰੀ ਬਣ ਜਾਂਦੀ ਹੈ ਪਟਵਾਰੀ ਕੋਲੇ ਜਾ ਕੇ ਆਪਣੀ ਰਿਪੋਰਟ ਦੱਸੇ। ਪਟਵਾਰੀ ਕੋਲੇ ਜਾ ਕੇ ਦੱਸੇ ਵੀ ਮੈਨੂੰ ਕੀ ਪ੍ਰਾਪਤ ਹੋਇਆ ਤੇ ਮੈਂ ਕੀ ਕਰਨਾ ਚਾਹੁੰਦਾ ਆਪਣੀ ਐਪਲੀਕੇਸ਼ਨ ਦੇ ਵਿੱਚ, ਠੀਕ ਹੈ ਜੀ। ਉਹਦੇ ਵਿੱਚ ਕੀ ਹੈਗਾ? ਸੈਕਸ਼ਨ 33, 34 'ਚ ਲਿਖਿਆ ਸੀਗਾ। ਤਾਂ ਫਿਰ ਸਾਡੀ ਕੀ ਜ਼ਿੰਮੇਵਾਰੀ ਬਣ ਜਾਂਦੀ ਹੈ? ਅਸੀਂ ਉਹਦੇ ਮੁਤਾਬਕ ਜੋ ਸਾਨੂੰ ਉਹ ਦਿਖਾਉਂਦਾ ਹੈ, ਜੇ ਉਸਨੇ ਕੋਈ ਸਾਨੂੰ ਰਜਿਸਟਰੀ ਪੇਸ਼ ਕੀਤੀ ਹੈ ਤਾਂ ਰਜਿਸਟਰੀ ਦੇ ਮੁਤਾਬਕ ਇੰਤਕਾਲ ਦਰਜ ਕਰਾਂਗੇ। ਜੇ ਸਾਨੂੰ ਉਹਨੇ ਕੋਈ ਤਕਸੀਮ ਦਾ ਇਕਰਾਰਨਾਮਾ ਪੇਸ਼ ਕੀਤਾ ਹੈ ਤਾਂ ਅਸੀਂ ਇੰਤਕਾਲ ਦੇ ਮੁਤਾਬਕ ਦਰਜ ਕਰਾਂਗੇ, ਇਕਰਾਰਨਾਮੇ ਦੇ ਮੁਤਾਬਕ ਇੰਤਕਾਲ ਦਰਜ ਕਰਾਂਗੇ। ਜੇਕਰ ਉਸਨੇ ਕੋਈ ਕਿਹਾ ਵੀ ਸਾਡੇ ਫਲਾਣੇ ਘਰ ਦੇ ਵਿੱਚ ਕਿਸੇ ਮੈਂਬਰ ਦੀ ਡੈਥ ਹੋ ਚੁੱਕੀ ਹੈ, ਸਾਨੂੰ ਉਹ ਡੈਥ ਸਰਟੀਫਿਕੇਟ ਦਿੰਦਾ ਹੈ ਤੇ ਨਾਲ ਹੀ ਹਲਫੇ ਬਿਆਨ ਦਿੰਦਾ ਸਾਨੂੰ, ਤੇ ਨਾਲ ਐਪਲੀਕੇਸ਼ਨ ਦਿੰਦਾ ਵੀ ਆਹ ਵਿਅਕਤੀ ਦੀ ਡੈਥ ਹੋਈ ਹੈ, ਇੰਨੀ ਤਰੀਕ ਨੂੰ ਡੈਥ ਹੋਈ ਹੈ, ਤੇ ਇਹ ਅਸੀਂ ਉਹਦੇ ਲੀਗਲ ਹੇਅਰਸ ਹੈਗੇ ਆ, ਜਾਂ ਇਹ ਨਾਮ ਤੇ ਰਜਿਸਟਰਡ ਵਸੀਅਤ ਹੋਈ ਵੀ ਹੈ ਜਾਂ ਖਾਨਗੀ ਵਸੀਅਤ ਹੋਈ ਵੀ ਹੈ, ਇਹਦੇ ਮੁਤਾਬਕ ਰਿਕਾਰਡ ਜਿਹੜਾ ਮਾਲ ਹੈ ਉਹਦੇ ਇੰਪਲੀਮੈਂਟੇਸ਼ਨ ਕੀਤੀ ਜਾਵੇ, ਤਾਂ ਉਹਦੇ ਅਸੀਂ ਰਿਪੋਰਟ ਦੇ ਅਕੋਰਡਿੰਗ ਜਿਹੜਾ ਹੈਗਾ ਇੰਤਕਾਲ ਦਰਜ ਕਰਕੇ ਅੱਗੇ ਭੇਜਦੇ ਹੈਗੇ ਆ, ਠੀਕ ਹੈ। ਇਹ ਹੈਗਾ ਪੈਰਾ 7.1। ਜਦੋਂ ਅਸੀਂ ਇੰਤਕਾਲ ਦਰਜ ਕਰਦੇ ਹਾਂ, ਕਿਸੇ ਤਰ੍ਹਾਂ ਦਾ ਵੀ ਕੋਈ ਇੰਤਕਾਲ ਹੈਗਾ, ਵੈਸੇ ਮੈਂ ਤੁਹਾਨੂੰ ਦੱਸਾਂ ਵੀ ਇਹਦੇ ਰਿਗਾਰਡਿੰਗ ਜਦੋਂ ਤੁਸੀਂ ਇੰਤਕਾਲਾਂ ਦੇ ਬਾਰੇ ਚੰਗੀ ਤਰ੍ਹਾਂ ਡਿਟੇਲ ਜਾਣਨਾ ਚਾਹੋਗੇ ਤਾਂ ਜਿਹੜੀ ਇਹ ਬੁੱਕ ਗ੍ਰੀਨ ਵਾਲੀ ਬੁੱਕ ਹੈਗੀ ਹੈ, ਚੈਪਟਰ ਨੰਬਰ 24 ਹੈਗਾ। ਜੇ ਕਿਸੇ ਕੋਲੇ ਬੁੱਕ ਹੈਗੀ ਹੈ ਤਾਂ ਉਹ ਨਿਕਾਲ ਲਓ, ਉਹਦਾ 24 ਪੇਜ ਗ੍ਰੀਨ ਵਾਲੀ ਬੁੱਕ। ਇਹ ਵਾਲੀ ਬੁੱਕ ਜੇ ਕਿਸੇ ਕੋਲੇ ਹੈਗੀ ਹੈ ਤਾਂ ਉਹਦਾ ਜਿਹੜਾ ਪੇਜ ਹੈਗਾ, ਸੌਰੀ ਚੈਪਟਰ 24 ਪੇਜ ਨੰਬਰ 1 to 1, ਪੇਜ ਨੰਬਰ 1 to 1 ਨਿਕਾਲ ਲਓ। ਉਹਦੇ 'ਚ ਪੂਰੇ ਮੋਟੇਸ਼ਨ ਦੇ ਰਿਗਾਰਡਿੰਗ ਡਿਟੇਲ 'ਚ ਦਿੱਤਾ ਗਿਆ, ਮੋਟੇਸ਼ਨ ਦੇ ਕਿਹੜੇ ਕਾਲਮ ਹੁੰਦੇ ਆ, ਕਿਹੜੇ ਕਾਲਮ ਦੇ 'ਚ ਅਸੀਂ ਕੀ ਐਂਟਰੀ ਕਰਨੀ ਹੁੰਦੀ ਹੈ, ਠੀਕ ਹੈ। ਉਦੋਂ ਤੁਹਾਨੂੰ ਬਿਲਕੁਲ ਹੀ ਕਲੀਅਰ ਸਪਸ਼ਟ ਹੋ ਜਾਂਦਾ ਸਾਰਾ। ਦੂਸਰਾ ਆ ਗਿਆ ਜੀ, ਜਦੋਂ ਅਸੀਂ ਕੋਈ ਇੰਤਕਾਲ ਦਰਜ ਕਰਦੇ ਹਾਂ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਸਾਡੀ ਕੀ ਜ਼ਿੰਮੇਵਾਰੀ ਬਣ ਜਾਂਦੀ ਹੈ? ਇੰਤਕਾਲ ਦਰਜ ਕਰਕੇ ਅਸੀਂ ਕੰਸਰਨ ਜਮ੍ਹਾਂਬੰਦੀ ਦੇ ਕੰਸਰਨ ਖਾਨਾ ਕੈਫੀਅਤ ਦੇ ਵਿੱਚ ਪੈਨਸਿਲ ਦੇ ਨਾਲ ਹਵਾਲਾ ਦੇਣਾ ਹੁੰਦਾ ਹੈ। ਇਹ ਹੈਗਾ ਪੈਰਾ 7.2। ਜਦੋਂ ਕੋਈ ਇੰਤਕਾਲ ਦਰਜ ਕੀਤਾ ਜਾਵੇ ਤਾਂ ਪਟਵਾਰੀ ਹਲਕਾ ਨੂੰ ਚਾਹੀਦਾ ਕਿ ਉਹ ਜਮ੍ਹਾਂਬੰਦੀ ਦੇ ਖਾਨਾ ਕੈਫੀਅਤ ਦੇ ਵਿੱਚ ਸੰਬੰਧਿਤ ਖੇਵਟ ਦੇ ਉੱਪਰ, ਜੇਕਰ ਉਹ ਇੰਤਕਾਲ ਹੈਗਾ ਇੱਕ ਖੇਵਟ ਨਾਲ ਸੰਬੰਧਿਤ ਹੈ ਤਾਂ ਇੱਕੋ ਖੇਵਟ, ਜੇ ਕੋਈ 3, 4 ਜਾਂ 5 ਖੇਵਟਾਂ ਹੈਗੀਆਂ ਨੇ ਤਾਂ ਸਾਰੀਆਂ ਖੇਵਟਾਂ ਦੇ ਵਿੱਚ ਖਾਨਾ ਕੈਫੀਅਤ ਦੇ ਵਿੱਚ ਉਦੋਂ ਤੱਕ ਪੈਨਸਿਲ ਦੇ ਨਾਲ ਹਵਾਲਾ ਦਿੱਤਾ ਜਾਵੇਗਾ ਜਦੋਂ ਤੱਕ ਇੰਤਕਾਲ ਮਨਜ਼ੂਰ ਨਹੀਂ ਹੋ ਜਾਂਦਾ। ਜਦੋਂ ਇੰਤਕਾਲ ਮਨਜ਼ੂਰ ਹੋ ਜਾਂਦਾ ਤਾਂ ਉਸ ਦੇ ਪੈਨਸਿਲ ਦੇ ਹਵਾਲੇ ਨੂੰ ਲਾਸ਼ੀ ਨਾਲ ਪੱਕਾ ਕਰ ਦਿੱਤਾ ਜਾਂਦਾ ਹੈ। ਅੱਗੇ ਦੱਸਿਆ ਗਿਆ ਪੈਰਾ ਨੰਬਰ 7.3 ਦੇ ਵਿੱਚ ਇੰਤਕਾਲ ਰਜਿਸਟਰ ਕੀ ਹੁੰਦਾ ਹੈ, ਕਿੱਦਾਂ ਦਾ ਹੁੰਦਾ ਹੈ, ਕਿਹੜੇ ਕਾਲਮ ਹੁੰਦੇ ਹੈ, ਠੀਕ ਹੈ। ਇੰਤਕਾਲ ਰਜਿਸਟਰ ਦੇ 15 ਕਾਲਮ ਹੁੰਦੇ ਆ। ਜਿਹੜੇ ਪਹਿਲੇ ਕਾਲਮ 7 ਕਾਲਮ ਹੁੰਦੇ ਆ, ਉਹਦੇ ਵਿੱਚ ਪਹਿਲੇ ਕਾਲਮ ਦਾ ਇੰਤਕਾਲ ਨੰਬਰ ਲਿਖਿਆ ਜਾਂਦਾ, ਬਾਕੀ ਜਿਹੜੇ ਕਾਲਮ 7 ਨੰਬਰ ਤੱਕ ਹੁੰਦਾ, ਜਿਹੜਾ ਪੁਰਾਣੀ ਜਮ੍ਹਾਂਬੰਦੀ ਹੁੰਦੀ ਹੈ, ਜਦੀਦ ਅੰਦਰਾਜ਼ ਜਿਹਨੂੰ ਕੀ ਕਹੀ ਸਾਬਕਾ ਅੰਦਰਾਜ਼, ਠੀਕ ਹੈ। ਜਮ੍ਹਾਂਬੰਦੀ ਐਸ ਪਰ ਜਮ੍ਹਾਂਬੰਦੀ ਪੁਰਾਣਾ ਅੰਦਰਾਜ਼ ਦਰਜ ਕੀਤਾ ਜਾਂਦਾ ਹੈ, ਤੇ ਜਿਹੜੇ ਉਸ ਤੋਂ ਬਾਅਦ ਅਗਲੇ ਕਾਲਮ ਆ ਜਾਂਦੇ ਨੇ 8 ਤੋਂ ਲੈ ਕੇ 12 ਤੱਕ, ਠੀਕ ਹੈ। ਉਹ ਨਵਾਂ ਜੋ ਵੀ ਕ੍ਰੀਏਟ ਹੋਇਆ ਹੈਗਾ, ਕੋਈ ਨਵੀਂ ਰਜਿਸਟਰੀ ਹੋਈ ਹੈ ਕਿਸੇ ਦੇ ਨਾਮ ਤੇ, ਕੋਈ ਪਾਰਟੀਸ਼ਨ ਹੋਈ ਹੈ, ਕੋਈ ਐਕਸਚੇਂਜ ਹੋਈ ਹੈਗੀ ਹੈ, ਤਾਂ ਨਵਾਂ ਅੰਦਰਾਜ਼ ਸਾਰਾ ਦਰਜ ਕੀਤਾ ਜਾਂਦਾ ਹੈ। ਤੇ ਫਿਰ ਅੱਗੇ ਆ ਕੇ ਖਾਨਾ ਨੰਬਰ 13 ਦੇ ਵਿੱਚ ਇੰਤਕਾਲ ਦੀ ਕਿਸਮ ਲਿਖੀ ਜਾਂਦੀ ਹੈ, ਠੀਕ ਹੈ। ਫਿਰ ਮਾਮਲਾ ਦਰਜ ਕੀਤਾ ਜਾਂਦਾ, ਫਿਰ ਪਟਵਾਰੀ ਹਲਕਾ ਦੀ ਜਿਹੜੀ ਹੈਗੀ ਹੈ ਰਿਪੋਰਟ ਡਰਾਫਟ ਨੰਬਰ ਵਗੈਰਾ ਦਰਜ ਕੀਤੀ ਜਾਂਦੀ ਹੈ।
ਤੇ ਅੱਗੇ 7.4 ਚ ਲਿਖਿਆ ਹੋਇਆ ਜਿਹੜਾ ਇੰਤਕਾਲ ਹੈਗਾ ਇਹਦੀਆਂ ਦੋ ਪੜਤਾਂ ਹੁੰਦੀਆਂ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਕੋਈ ਨਵੀਂ ਗੱਲ ਤਾਂ ਹੈ ਨਹੀਂ ਦੱਸਣ ਲਈ ਮੇਰੇ ਵਾਸਤੇ। ਇਹ ਦੋ ਪੜਤਾਂ ਹੁੰਦੀਆਂ ਨੇ, ਇੱਕ ਜਦੋਂ ਇੰਤਕਾਲ ਮਨਜ਼ੂਰ ਕੀਤਾ ਜਾਂਦਾ ਹੈ, ਇੱਕ ਪਟਵਾਰੀ ਹਲਕਾ ਜਿਹੜਾ ਹੈਗਾ ਉਹਦੀ ਫਾਈਲ ਹੈਗੀ ਆ ਤਹਿਸੀਲਦਾਰ ਨੂੰ ਦੇ ਦਿੰਦਾ ਹੈ, ਤੇ ਜਿਹੜੀ ਕਾਊਂਟਰ ਫਾਈਲ ਉਹਦੇ ਰਜਿਸਟਰ 'ਚ ਲੱਗੀ ਰਹਿ ਜਾਂਦੀ ਹੈ। ਜਦੋਂ ਅਸੀਂ ਕੋਈ ਵਿਰਾਸਤ ਦਾ ਇੰਤਕਾਲ ਦਰਜ ਕਰਦੇ ਹਾਂ ਤਾਂ ਵਿਰਾਸਤ ਦੇ ਇੰਤਕਾਲ ਦੇ ਦਰਜ ਹੋਣ ਦੇ ਨਾਲ ਅਸੀਂ ਕੀ ਕਰਦੇ ਹਾਂ, ਜਿਹੜਾ ਕੁਰਸੀਨਾਮਾ ਹੁੰਦਾ ਹੈ, ਕੁਰਸੀਨਾਮੇ ਦੇ ਵਿੱਚ ਵੀ ਅਸੀਂ ਨਾਲ ਦੀ ਨਾਲ ਜਿਹੜਾ ਹਵਾਲਾ ਦਿੰਦੇ ਹਾਂ। ਠੀਕ ਹੈ। ਅੱਗੇ ਇੱਕ ਇੰਪੋਰਟੈਂਟ ਪੈਰਾ ਹੈਗਾ 7.5, ਜਿਹਦੇ ਵਿੱਚ ਆਮ ਤੌਰ ਤੇ ਕੁਐਸਚਨ ਤੁਹਾਨੂੰ ਆ ਜਾਂਦਾ ਹੁੰਦਾ, ਇੰਤਕਾਲ ਤਸਦੀਕ ਹੋਣ ਤੋਂ ਪਹਿਲਾਂ ਉਸ ਦੇ ਇੰਦਰਾਜ ਵਿੱਚ ਦਰੁਸਤੀਆਂ ਕਿਵੇਂ ਕੀਤੀਆਂ ਜਾ ਸਕਦੀਆਂ ਨੇ। ਖਾਨਾ ਨੰਬਰ 9 ਤੋਂ 12 ਦੇ ਜਿਹੜੇ ਇੰਦਰਾਜ ਨੇ ਹਰ ਸੂਰਤ ਵਿੱਚ ਸੰਬੰਧਿਤ ਇੰਤਕਾਲ ਤੇ ਕੀਤੇ ਜਾਣ ਕੇ ਹੁਕਮ ਅਨੁਸਾਰ ਹੀ ਮਿਲਦੇ ਹੋਣ। ਜਿਹੜਾ ਕਿ ਹੁਕਮ ਜਿੱਥੇ ਕਿਤੇ ਗਲਤੀ ਜਾਂ ਹੋਰ ਕਿਸੇ ਕਾਰਨ ਕਰਕੇ ਰਲਦੇ ਮਿਲਦੇ ਨਾ ਹੋਣ ਤਾਂ ਇਹਨਾਂ ਨੂੰ ਹੁਕਮ ਅਨੁਕੂਲ ਬਣਾਉਣ ਦੇ ਲਈ ਤਬਦੀਲ ਕਰ ਲਿਆ ਜਾਵੇ। ਇਸ ਮੰਤਵ ਦੇ ਲਈ ਜੇ ਕਿਸੇ ਤਬਦੀਲੀ ਦੀ ਲੋੜ ਹੋਵੇ, ਜਦੋਂ ਤੱਕ ਹੋ ਸਕੇ ਉਸ ਹੁਕਮ ਲਿਖਣ ਵੇਲੇ ਹੀ ਕਰ ਲਿਆ ਜਾਵੇ। ਪਰ ਜੇਕਰ ਉਹ ਤਬਦੀਲੀਆਂ ਉਸ ਵੇਲੇ ਨਹੀਂ ਕੀਤੀਆਂ ਗਈਆਂ ਤਾਂ ਉਹਨਾਂ ਇੰਤਕਾਲਾਂ ਅਨੁਸਾਰ ਜਿਹੜੀਆਂ ਜਮ੍ਹਾਂਬੰਦੀਆਂ ਅੱਗੇ ਨੂੰ ਤਿਆਰ ਕੀਤੀਆਂ ਜਾਣੀਆਂ ਨੇ, ਉਹ ਲਿਖਣ ਤੋਂ ਪਹਿਲਾਂ ਇਹਨਾਂ ਇੰਤਕਾਲਾਂ ਨੂੰ ਠੀਕ ਕਰ ਲਿਆ ਜਾਵੇ। ਮੰਨ ਲਓ ਹੁਕਮ ਇੰਤਕਾਲ ਲਿਖਿਆ ਗਿਆ, ਇੰਤਕਾਲ ਮਨਜ਼ੂਰ ਹੋ ਗਿਆ, ਉਹਦੇ 'ਚ ਕੋਈ ਗਲਤੀ ਫਲਤੀ ਰਹਿ ਗਈ ਤਾਂ ਅਸੀਂ ਕੀ ਕਰਦੇ ਹਾਂ। ਇਹਦਾ 7.6 ਹੈਗਾ ਜੀ, ਕਿਸੇ ਵੀ ਇੰਤਕਾਲ ਤੇ ਜਮ੍ਹਾਂਬੰਦੀ 'ਚ ਅਮਲ ਹੋਣ ਤੋਂ ਪਹਿਲਾਂ ਜਮ੍ਹਾਂਬੰਦੀ ਬਣ ਰਹੀ ਹੈ। ਅਕਸਰ ਤੁਸੀਂ ਕਰਦੇ ਹੋ, ਰੋਜ਼ ਰੂਟੀਨ ਦੀ ਗੱਲ ਹੈਗੀ ਹੈ, ਕੋਈ ਕਲੈਰੀਕਲ ਮਿਸਟੇਕ ਕੋਈ ਰਹਿ ਜਾਂਦੀ ਹੈ ਕਿਸੇ ਦੀ ਇੰਤਕਾਲ ਦੇ ਉੱਪਰ। ਠੀਕ ਹੈ, ਤਾਂ ਆਪਾਂ ਕੀ ਕਰਦੇ ਹਾਂ, ਉਹਦੇ 'ਚ ਦੁਰਸਤੀ ਕਿਵੇਂ ਕਰਦੇ ਹਾਂ, ਆਪਾਂ ਫੁੱਟ ਨੋਟ ਲਿਖ ਦੇਣਾ ਥੱਲੇ। ਜੇ ਕੋਈ ਤਹਿਸੀਲਦਾਰ ਦੇ ਆਰਡਰ ਦੇ ਵਿੱਚ ਕੋਈ ਗਲਤੀ ਫਲਤੀ ਰਹਿ ਜਾਂਦੀ ਹੈ, ਕਿਸੇ ਵੀ ਇੰਤਕਾਲ ਦੀ ਜਮ੍ਹਾਂਬੰਦੀ 'ਚ ਅਮਲ ਦਰਾਮਦ ਹੋਣ ਤੋਂ ਪਹਿਲਾਂ ਕੋਈ ਕਲੈਰੀਕਲ ਮਿਸਟੇਕ ਜਾਂ ਗਲਤੀ, ਅਜਿਹੀ ਗਲਤੀ ਜਿਹੜੀ ਕਿ ਉਸਦੇ ਕੀਤੇ ਗਏ ਹੁਕਮ ਵਿੱਚ ਸਹਿਮਤ ਰਹਿ ਗਈ ਹੋਵੇ। ਆਰਡਰ ਲਿਖਿਆ ਗਿਆ ਰੈਵਨਿਊ ਆਫੀਸਰ ਵੱਲੋਂ, ਆਰਡਰ ਦੇ ਵਿੱਚ ਲਿਖਦੇ ਕੋਈ ਨੰਬਰ ਖਾਸਾ ਛੁੱਟ ਗਿਆ ਜਾਂ ਕਿਸੇ ਨਾਮ 'ਚ ਗਲਤੀ ਰਹਿ ਗਈ। ਠੀਕ ਹੈ ਜੀ, ਇਹਦੇ ਵਿੱਚ ਕੀ ਹੈਗਾ, ਰਿਵਿਊ ਕਰਾਉਣ ਦੀ ਲੋੜ ਨਹੀਂ ਹੁੰਦੀ, ਨਰਸਾਨੀ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ। ਇਹਦੇ ਵਿੱਚ ਇੰਤਕਾਲ ਠੀਕ ਦਰਜ ਕੀਤਾ ਗਿਆ, ਪਰ ਰੈਵਨਿਊ ਆਫੀਸਰ ਦੇ ਜਿਹੜਾ ਆਰਡਰ ਹੈਗਾ ਉਹ 'ਚ ਕੋਈ ਗਲਤੀ ਰਹਿ ਗਈ ਹੈ, ਇਹ ਜਿਹੜੀ ਹੈਗੀ ਹੈ ਗਲਤੀ ਇੱਦਾਂ ਦਰੁਸਤ ਕੀਤੀ ਜਾ ਸਕਦੀ ਹੈ। ਕਿਵੇਂ ਕੀਤੀ ਜਾ ਸਕਦੀ ਹੈ, ਉਹ ਲਾਲ ਸ਼ੀਟ ਦੇ ਨਾਲ ਫੁੱਟ ਨੋਟ ਲਿਖਿਆ ਜਾਵੇਗਾ ਥੱਲੇ ਇੰਤਕਾਲ ਦੇ ਉੱਪਰ, ਜਿੱਥੇ ਤਹਿਸੀਲਦਾਰ ਦਾ ਆਰਡਰ ਲਿਖਿਆ ਹੋਇਆ ਉਹਦੇ ਆਸ-ਪਾਸ ਹੀ ਜਿਹੜਾ ਹੈ ਫੁੱਟ ਨੋਟ ਹੈਗਾ ਵੀ ਇਹ ਜਿਹੜਾ ਆਰਡਰ ਦੇ ਵਿੱਚ ਲਿਖਣ ਵੇਲੇ ਇਹ ਗਲਤੀ ਰਹਿ ਗਈ। ਜਿਵੇਂ ਨੰਬਰ ਖਸਰਾ ਮੰਨ ਲਓ 7 ਦਾ 5 ਲਿਖਣਾ ਸੀਗਾ, ਲਿਖਿਆ ਗਿਆ ਗਲਤੀ ਨਾਲ 7 ਦਾ 8, ਉੱਥੇ ਇਹੀ ਲਿਖਿਆ ਜਾਏਗਾ ਇੱਕ ਲਾਈਨ ਦੇ ਵਿੱਚ ਵੀ ਆਰਡਰ ਦੇ ਵਿੱਚ ਜਿਹੜਾ ਨੰਬਰ ਖਸਰਾ 7 ਦਾ 5 ਲਿਖਿਆ ਗਿਆ, ਲਿਖਣਾ ਸੀਗਾ ਪਰ ਲਿਖਿਆ ਗਿਆ ਗਲਤੀ ਨਾਲ 8, ਇਸ ਨੂੰ 7 ਦਾ 5 ਸਮਝਿਆ ਜਾਵੇ। ਇਹਨਾਂ ਫੁੱਟ ਨੋਟ ਲਿਖ ਕੇ ਰੈਵਨਿਊ ਆਫੀਸਰ ਜਿਹਦੇ ਵੱਲੋਂ ਇੰਤਕਾਲ ਕੀਤਾ ਗਿਆ ਜਾਂ ਨਵਾਂ ਆਫੀਸਰ, ਜੇ ਕੋਈ ਪਹਿਲਾਂ ਟ੍ਰਾਂਸਫਰ ਹੋ ਚੁੱਕੀ ਹੈ ਤਾਂ ਜਿਹੜਾ ਵੀ ਉਹਦੀ ਥਾਂ ਤੇ ਆਇਆ ਹੈਗਾ ਉਹਦੇ ਜਿਹੜੇ ਸਟੈਂਪ ਲੱਗ ਕੇ ਸਾਈਨ ਹੋ ਜਾਂਦੇ ਆ। ਇੰਤਕਾਲਾਂ ਦੇ ਨੰਬਰ ਕਿਸ ਤਰ੍ਹਾਂ ਚਾਲੂ ਰੱਖੇ ਜਾਣਗੇ, ਇਹ ਰਨਿੰਗ ਚੱਲਦੇ ਆ ਜੀ, ਰੈਗੂਲਰ ਨੰਬਰ ਚੱਲਦੇ ਹੈਗੇ ਆ ਅੰਦਰਾਜਾਂ ਦਾ। ਲੜੀ ਨੰਬਰ ਬੰਦੋਬਸਤ ਤੋਂ ਲੈ ਕੇ ਇੰਤਕਾਲ ਰਜਿਸਟਰਾਂ ਦੇ ਵਿੱਚ ਕੀਤੇ ਗਏ ਇੰਦਰਾਜਾਂ ਦਾ ਲੜੀ ਨੰਬਰ ਲਗਾਤਾਰ ਚੱਲੇਗਾ। ਇੱਕ ਨਵਾਂ ਰਜਿਸਟਰ ਤਾਂ ਹੀ ਖੋਲ੍ਹਿਆ ਜਾਵੇਗਾ ਜਦੋਂ ਪੁਰਾਣਾ ਰਜਿਸਟਰ ਖਤਮ ਹੋ ਜਾਂਦਾ ਹੈ। ਕਾਊਂਟਰ ਫਾਈਲ ਤੇ ਵਰਕ ਕੇ ਪ੍ਰੈਸ ਵੱਲੋਂ ਛਾਪੇ ਜਾਣਗੇ। ਇਹ ਜ਼ਰੂਰੀ ਨਹੀਂ ਕਿ ਮਾਮਲੇ 'ਚ ਸਿਰਫ ਇੱਕ ਹੀ ਵਰਕ ਪ੍ਰਯੋਗ ਕੀਤਾ ਜਾਵੇ, 2 ਜਾਂ 3 ਵਰਕੇ ਵੀ ਕਿਸੇ ਇੰਤਕਾਲ ਨੂੰ ਲੱਗ ਸਕਦੇ ਆ। ਕਹਿਣ ਦਾ ਮਤਲਬ ਇਹ ਹੈ, ਇੱਥੇ ਮੇਨ ਗੱਲ ਇੱਕੋ ਹੀ ਗੱਲ ਕਹੀ ਗਈ ਹੈ ਵੀ ਜਦੋਂ ਤੱਕ ਅਗਲਾ ਬੰਦੋਬਸਤ ਨਹੀਂ ਆ ਜਾਂਦਾ ਤਾਂ ਇੰਤਕਾਲ ਦਾ ਜਿਹੜਾ ਨੰਬਰ ਹੈ ਰੈਗੂਲਰ ਨੰਬਰ ਚੱਲਦਾ, 1 ਤੋਂ ਲੈ ਕੇ ਲਗਾਤਾਰ ਨੰਬਰ ਚੱਲਦੇ ਰਹਿੰਦੇ ਨੇ। ਪਹਿਲਾ 7.8 ਹੈ ਜੀ, ਇਹ ਜਿਹੜਾ ਪਹਿਲਾ ਸੀ 7.7 ਸੀਗਾ। ਅੱਗੇ 7.8 ਦੇ ਵਿੱਚ ਕੀ ਲਿਖਿਆ ਗਿਆ, ਜੇਕਰ ਕਿਸੇ ਖੇਤ ਵਿੱਚੋਂ ਹਿੱਸਾ ਤਬਦੀਲ ਹੋਵੇ ਤਾਂ ਉਸਦਾ ਇੰਤਕਾਲ ਕਿਸ ਤਰ੍ਹਾਂ ਦਰਜ ਕੀਤਾ ਜਾਂਦਾ ਹੈ। ਜੇਕਰ ਕਿਸੇ ਖੇਤ ਦਾ ਕੋਈ ਭਾਗ, ਕੋਈ ਹਿੱਸਾ ਤਬਦੀਲ ਕੀਤਾ ਗਿਆ ਹੋਵੇ ਤਾਂ ਪਟਵਾਰੀ ਇੰਤਕਾਲ ਦੇ ਵਰਕੇ ਤੇ ਕਾਊਂਟਰ ਫਾਈਲ ਤੇ ਉਹ ਸਾਰੇ ਖੇਤ ਦਾ ਨਕਸ਼ਾ ਬਣਾਏਗਾ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਉਹਦੇ ਤੇ ਤਤੀਮਾ ਕੱਟਿਆ ਜਾਂਦਾ ਹੈ
ਤੇ ਤਿਮਾ ਕੱਟਿਆ ਜਾਂਦਾ ਹੈ ਵੀ ਕਿਹੜਾ ਪਾਸਾ। ਮੰਨ ਲਓ 8 ਕਨਾਲ ਦਾ ਨੰਬਰ ਸੀ, ਕਿਸੇ ਵਿਅਕਤੀ ਨੇ ਉਸ ਨੰਬਰ ਦੇ ਵਿੱਚੋਂ ਚੜ੍ਹਦੇ ਵਾਲੀ ਸਾਈਡ ਤੋਂ 2 ਕਨਾਲ ਰਕਬਾ ਲੈ ਲਿਆ, ਠੀਕ ਹੈ। ਤਾਂ 2 ਕਨਾਲ ਦਾ ਜਿਹੜਾ ਨਕਸ਼ਾ ਬਣਾ ਕੇ ਕਿੱਲੇ ਦਾ, ਤਾਂ ਜਿਹੜੀ 2 ਕਨਾਲ ਹੈਗੀ ਉਹਦੀ ਚੜ੍ਹਦੀ ਵਾਹੀ ਕਿੰਨੀ ਹੈ, ਛਿਪਦੀ ਵਾਹੀ ਕਿੰਨੀ ਹੈ, ਨਾਰਥ ਸਾਊਥ ਕਿੰਨੀ ਕਿੰਨੀ ਹੈਗੀ ਹੈ, ਉਹ ਵਾਹੀਆਂ ਦਸਾਈਆਂ ਜਾਣਗੀਆਂ ਤੇ ਨਾਲ ਉਹਦਾ ਰਕਬਾ ਕੱਢਿਆ ਜਾਵੇਗਾ ਤੇ ਉਸ ਨੂੰ ਫਿਰ ਜਿਹੜਾ ਨੰਬਰ ਹੈਗਾ ਵੱਡੇ ਬਾਗੇ ਨੇ ਉਹਨੂੰ ਨੰਬਰ ਦਿੱਤਾ ਜਾਵੇਗਾ ਨਵਾਂ। ਜੋ ਕੋਈ ਨੰਬਰ ਖਸਰਾ 7 ਮਰਬੇ ਦਾ 4 ਸੀ, ਜਿਵੇਂ ਉਹਦੇ 2 ਟੁਕੜੇ ਬਣ ਗਏ, 7 ਮਰਬੇ ਦਾ 4/1, 7 ਮਰਬੇ ਦਾ 4/2, ਏਦਾਂ 2 ਨੰਬਰ ਉਹਨੂੰ ਦਿੱਤੇ ਜਾਣਗੇ। ਜ਼ਮੀਨ ਦੇ ਬਦਲੇ ਦਿੱਤੇ ਗਏ ਰੁਪਏ ਨੂੰ ਕਿਸ ਤਰ੍ਹਾਂ ਵੰਡਣਾ ਚਾਹੀਦਾ ਹੈ। ਪਹਿਲਾ 7.13, ਜਿਸ ਵੇਲੇ ਕਿਸੇ ਬੈਨਾਮੇ, ਰਹਿਨਨਾਮੇ ਜਾਂ ਪਟੇਨਾਮੇ ਦੇ ਕਾਰਨ ਇੱਕ ਤੋਂ ਵੱਧ ਮੁਹੱਲਿਆਂ ਵਿੱਚ ਜ਼ਮੀਨ ਤੇ ਅਸਰ ਪੈਂਦਾ ਹੋਵੇ ਤਾਂ ਇੰਤਕਾਲ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਜ਼ਮੀਨ ਜਰ ਬੈ ਜਰ ਰਹਿਣ ਜਾਂ ਕਿਰਾਇਆ ਵੱਖਰਾ ਕਰਕੇ ਨਾ ਦੱਸਿਆ ਜਾਵੇ ਤਾਂ ਇੰਤਕਾਲ ਦੇ ਜਰ ਮੁਤਾਬਕ ਕੁੱਲ ਰਕਮ ਦੇ 10ਵੇਂ ਹਿੱਸੇ ਦੇ ਆਧਾਰ ਤੇ ਲਿਆ ਗਿਆ ਜਾਵੇ। ਇਹ ਪਤਾ ਨਹੀਂ ਕੀ ਕਹਿ ਰਿਹਾ ਸੀ, ਮੈਨੂੰ ਤਾਂ ਆਪ ਸਮਝ ਨਹੀਂ। ਮਤਲਬ ਮੇਨ ਗੱਲ ਇਹ ਹੁੰਦੀ ਹੈ ਮਾਮਲੇ ਦੀ ਅਸੈਸਮੈਂਟ ਦੀ। ਜਦੋਂ ਕੋਈ ਇੰਤਕਾਲ ਤੁਸੀਂ ਜੱਜ ਕਰਦੇ ਹੋ, ਉਸ ਖੇਵੜ ਦੇ ਵਿੱਚੋਂ ਮੰਨ ਲਓ 10 ਕਿੱਲੇ ਜ਼ਮੀਨ ਹੈਗੀ ਹੈ, 10 ਕਿੱਲੇ ਜ਼ਮੀਨ ਦੇ ਉੱਪਰ ਜੇ 10 ਰੁਪਏ ਮਾਮਲਾ ਹੈਗਾ ਤਾਂ 1 ਕਿੱਲਾ ਜ਼ਮੀਨ ਜੇ ਸੇਲ ਹੋ ਰਹੀ ਹੈ, ਤੁਸੀਂ 1 ਰੁਪਇਆ ਮਾਮਲਾ ਉਸ ਜ਼ਮੀਨ ਦੇ ਉੱਪਰ ਲਾਓਗੇ ਇੰਤਕਾਲ ਵੇਲੇ। ਇਹ ਮੇਨ ਪੁਆਇੰਟ ਹੈਗਾ। ਜੇ ਕੋਈ ਤਕਸੀਮ ਦਾ ਇੰਤਕਾਲ ਕਰ ਰਹੇ ਹੋ ਤੁਸੀਂ, ਜੇ ਤਕਸੀਮ ਮੰਨ ਲਓ 50 ਕਿੱਲਿਆਂ ਦੀ ਤਕਸੀਮ ਹੈ, 50 ਰੁਪਏ ਟੋਟਲ ਖੇਵੜ ਦਾ ਮਾਮਲਾ ਹੈਗਾ, ਠੀਕ ਹੈ। ਜਦੋਂ ਤੁਸੀਂ ਨਵੀਆਂ ਖੇਵੜਾਂ ਬਣਾਓਗੇ ਉਹਦੀਆਂ ਪਰ ਕਿੱਲੇ ਦੇ ਹਿਸਾਬ ਨਾਲ, ਜਿਵੇਂ 1 ਰੁਪਏ ਤੇ 1 ਕਿੱਲਾ, 1 ਕਿੱਲੇ ਤੇ ਪਿੱਛੇ 1 ਰੁਪਇਆ ਆ ਗਿਆ। ਜੇ ਕਿਸੇ ਪਾਰਟੀ ਨੂੰ 4 ਕਿੱਲੇ ਮਿਲ ਰਹੇ ਤਾਂ 4 ਰੁਪਏ ਮਾਮਲਾ ਹੋ ਜਾਏਗਾ। ਜੇ ਕਿਸੇ ਪਾਰਟੀ ਨੂੰ 10 ਕਿੱਲੇ ਮਿਲ ਰਹੇ ਨੇ 10 ਰੁਪਏ ਮਾਮਲਾ ਹੋ ਜਾਏਗਾ। ਇਸ ਤਰੀਕੇ ਨਾਲ ਜਿਹੜੇ ਮਾਮਲਾ 50 ਰੁਪਏ ਪੂਰਾ ਕੀਤਾ ਜਾਵੇਗਾ। ਆਪਾਂ ਪੜ੍ਹ ਰਹੇ ਹਾਂ ਜੀ ਲੈਂਡ ਰਿਕਾਰਡ ਮੈਨੂਅਲ, ਪੇਪਰ ਨੰਬਰ 1, ਲੈਂਡ ਰਿਕਾਰਡ ਮੈਨੂਅਲ। ਇੱਕ ਪੈਰਾ ਜੀ 7.19, ਤੁਹਾਡੇ ਕੋਲ ਕੋਈ ਰਜਿਸਟਰੀਆਂ ਵੈਸੇ ਅੱਜ ਦੇ ਜ਼ਮਾਨੇ ਵਿੱਚ ਨਹੀਂ ਆਉਂਦੀਆਂ ਹੈਗੀਆਂ। ਉਹਦੇ ਵਿੱਚ ਕੀ ਹੈਗਾ, ਜੇ ਕੋਈ ਜ਼ਮੀਨ ਬੰਦਾ ਖਰੀਦਦਾ ਹੈ, ਕੋਈ ਸੇਲ ਕਰਦਾ ਹੈ, ਕੋਈ ਪਰਚੇਜ ਕਰਦਾ ਹੈ, ਕਿ ਉਹਨੇ ਸ਼ਾਮਲਾਤ ਦਾ ਹਿੱਸਾ ਖਰੀਦਿਆ ਵਿੱਚ ਜਾਂ ਨਹੀਂ ਖਰੀਦਿਆ, ਠੀਕ ਹੈ। ਇਹ ਇੰਦਰਾਜ ਜਮ੍ਹਾਂਬੰਦੀ ਦੇ ਵਿੱਚ ਉਹ ਰਜਿਸਟਰੀ ਦੇ ਵਿੱਚ ਦਰਸਾਇਆ ਜਾਂਦਾ ਹੈ ਵੀ ਮੈਂ ਹਿੱਸਾ ਸ਼ਾਮਲਾਤ ਜਾਂ ਬਿਲਾ ਹਿੱਸਾ ਸ਼ਾਮਲਾਤ। ਜਦੋਂ ਤੁਸੀਂ ਇੰਤਕਾਲ ਦਰਜ ਕਰਨਾ ਹੈ, ਠੀਕ ਹੈ, ਤਾਂ ਉਹ ਇਸ ਇੰਤਕਾਲ ਦੇ ਵਿੱਚ ਵੀ ਇਸ ਗੱਲ ਦਾ ਹਵਾਲਾ ਦਿੱਤਾ ਜਾਂਦਾ ਹੈ ਵੀ ਇਹ ਜਿਹੜਾ ਰਕਬਾ ਹੈਗਾ, ਇਸਨੇ ਸ਼ਾਮਲਾਤ ਦਾ ਹਿੱਸਾ ਉਸੇ ਇੰਤਕਾਲ ਦੇ ਉਸੇ ਖਾਨੇ ਦੇ ਵਿੱਚ, ਖਾਨਾ ਮਾਲਕੀ ਦੇ ਵਿੱਚ ਜਿੱਥੇ ਉਹਨੇ ਪਰਚੇਜ ਕੀਤੀ ਹੈ, ਜਿੱਥੇ ਖਾਨਾ ਨੰਬਰ 9 'ਚ ਤੁਸੀਂ ਨਾਮ ਦਰਜ ਕਰੋਗੇ ਨਵੀਂ ਪਾਰਟੀ ਦਾ, ਤਾਂ ਉੱਥੇ ਥੱਲੇ ਲਿਖਿਆ ਜਾਏਗਾ ਮੈਂ ਹਿੱਸਾ ਸ਼ਾਮਲਾਤ ਜਾਂ ਬਿਲਾ ਹਿੱਸਾ ਸ਼ਾਮਲਾਤ। ਜੇ ਫਿਰ ਕਿਸੇ ਵੇਲੇ ਜਾ ਕੇ ਸ਼ਾਮਲਾਤ ਦੀ ਜਿਹੜੀ ਖੇਵਟ ਹੈ ਉਹ ਡਿਸਟਰੀਬਿਊਟ ਹੁੰਦੀ ਹੈ, ਤਾਂ ਜੇਕਰ ਉਸ ਵਿਅਕਤੀ ਨੇ ਸ਼ਾਮਲਾਤ ਦਾ ਹਿੱਸਾ ਪਰਚੇਜ ਕੀਤਾ ਗਿਆ ਹੋਵੇ ਤਾਂ ਉਹਨੂੰ ਸ਼ਾਮਲਾਤ ਵਿੱਚੋਂ ਹਿੱਸਾ ਮਿਲੇਗਾ। ਅਗਰ ਨਹੀਂ ਖਰੀਦਿਆ ਗਿਆ ਤਾਂ ਜਿਹੜੇ ਅਸਲ ਮਾਲਕ ਹੈਗੇ ਨੇ, ਜਿਨ੍ਹਾਂ ਨੇ ਜ਼ਮੀਨ ਸੇਲ ਕੀਤੀ ਹੈ, ਮੰਨ ਲਓ A ਪਾਰਟੀ ਹੈ ਵੇਚਣ ਵਾਲੀ, B ਪਾਰਟੀ ਹੈ ਖਰੀਦਦਾਰ। A ਪਾਰਟੀ ਤੇ 10 ਕਿੱਲੇ ਜ਼ਮੀਨ ਸੀ, ਉਹਨੇ B ਪਾਰਟੀ ਨੂੰ 10 ਦੇ 10 ਕਿੱਲੇ ਸੇਲ ਕਰ ਦਿੱਤੇ ਪਿੰਡ ਦੇ ਵਿੱਚ, ਠੀਕ ਹੈ। ਜੇ ਉਹਨੇ ਆਪਣਾ ਸ਼ਾਮਲਾਤ ਦਾ ਹਿੱਸਾ ਸੇਲ ਕੀਤਾ ਹੈ ਤਾਂ ਅਸੀਂ ਜਦੋਂ ਜਿਹੜਾ ਨਵਾਂ ਇੰਦਰਾਜ ਹੋਏਗਾ ਖਾਨਾ ਨੰਬਰ 9 ਦੇ ਵਿੱਚ ਅਸੀਂ ਲਿਖਾਂਗੇ ਮੈਂ ਹਿੱਸਾ ਸ਼ਾਮਲਾਤ, ਤਾਂ ਫਿਰ ਹੈਗਾ ਜਿਹੜੀ ਨਵੀਂ ਪਾਰਟੀ ਖਰੀਦਦਾਰ B ਪਾਰਟੀ ਹੈਗੀ ਹੈ, ਸ਼ਾਮਲਾਤ ਦੇ ਵਿੱਚ ਜਿੰਨਾ ਵੀ ਸ਼ੇਅਰ ਉਹਦਾ ਬਣ ਜਾਏਗਾ ਉਸ ਖੇਵੜ ਦੇ ਅਕੋਰਡਿੰਗ, ਤਾਂ ਨਵੀਂ ਪਾਰਟੀ ਦਾ ਖੇਵੜ ਬਣ ਜਾਏਗਾ, ਹਿੱਸਾ ਬਣ ਜਾਏਗਾ। ਜੇ ਉੱਥੇ ਲਿਖਿਆ ਹੋਵੇ ਰਜਿਸਟਰੀ ਦੇ ਵਿੱਚ ਬਿਲਾ ਹਿੱਸਾ ਸ਼ਾਮਲਾਤ, ਠੀਕ ਹੈ, ਤਾਂ ਅਸੀਂ ਲਿਖ ਦਾਂਗੇ ਨਾਲ ਬਿਲਾ ਹਿੱਸਾ ਸ਼ਾਮਲਾਤ, ਪਰ ਫਿਰ ਉੱਥੇ ਲਿਖਣ ਦੀ ਲੋੜ ਵੀ ਨਹੀਂ ਪੈਂਦੀ ਬਿਲਾ ਹਿੱਸਾ ਸ਼ਾਮਲਾਤ। ਤਾਂ ਪ੍ਰਜ਼ਿਊਮ ਕਰ ਲਿਆ ਜਾਵੇਗਾ ਵੀ ਜਿਹੜੀ ਸ਼ਾਮਲਾਤ ਦੀ ਖੇਵਟ ਹੈ ਉਹਦੇ ਵਿੱਚ ਅਸਲ ਮਾਲਕਾਂ ਦਾ ਹੀ ਸ਼ੇਅਰ ਹੈਗਾ। ਜਦੋਂ ਕਦੀ ਸ਼ਾਮਲਾਤ ਦੀ ਖੇਵਟ ਦੀ ਤਸਕੀਮ ਹੁੰਦੀ ਹੈ ਤਾਂ ਜਿਹੜੇ ਅਸਲ ਮਾਲਕ ਸੀਗੇ ਉਹਨਾਂ ਨੂੰ ਹੀ ਉਸ ਖੇਵਟ ਦੇ ਵਿੱਚੋਂ ਸ਼ੇਅਰ ਮਿਲੇਗਾ।
ਇਹ ਜਿਹੜਾ ਤੁਹਾਡਾ ਪੈਰਾ ਹੈਗਾ ਇਹ 7.19 ਹੈ ਜੀ। ਵਾਰਸਾਂ ਤੋਂ ਬਿਨਾਂ ਮਰਨ ਵਾਲਿਆਂ ਸੰਬੰਧੀ ਇੰਤਕਾਲ ਬਾਰੇ ਤੁਸੀਂ ਕੀ ਜਾਣਦੇ ਹੋ? ਅਜਿਹੇ ਮਾਲਕਾਂ ਦੀ ਸੂਰਤ ਵਿੱਚ ਜਿਹੜੇ ਕਿ ਜ਼ਾਹਿਰਾ ਤੌਰ ਤੇ ਕੋਈ ਕਾਨੂੰਨੀ ਜਾਂ ਆਮ ਰਿਵਾਜ ਦੇ ਮੁਤਾਬਕ ਵਾਰਸ ਛੱਡਣ ਤੋਂ ਬਿਨਾਂ ਮਰ ਜਾਂਦੇ ਨੇ, ਤਾਂ ਉਹਨਾਂ ਦੀ ਜ਼ਮੀਨ ਦੇ ਇੰਤਕਾਲ ਨਿਪਟਾਰਾ ਕਲੈਕਟਰ ਜਾਂ ਸਹਾਇਕ ਕਲੈਕਟਰ ਦਾ ਜਾਂ ਪਹਿਲਾਂ ਵੱਲੋਂ ਕੀਤਾ ਜਾਂਦਾ ਹੈ। ਤੁਸੀਂ ਗ੍ਰੀਨ ਬੁੱਕ 'ਚ ਪੜ੍ਹ ਕੇ ਦੇਖੋਗੇ, ਤੁਹਾਨੂੰ ਬਹੁਤ ਡਿਟੇਲ ਮਿਲੇਗੀ ਇਹਦੇ ਵਿੱਚ ਕਿੰਨੀ ਪੀੜ੍ਹੀਆਂ ਤੱਕ ਚਾਹੀਦਾ ਕੋਈ ਵਾਰਸ। ਜੇ ਕੋਈ ਬੰਦਾ ਮਰ ਜਾਂਦਾ ਹੈ, ਕਿੰਨੀ ਪੀੜ੍ਹੀਆਂ ਤੱਕ ਜੇ ਕੋਈ ਉਹਦਾ ਵਾਰਸ ਨਾ ਹੋਵੇ ਤਾਂ ਕਦੋਂ ਜ਼ਮੀਨ ਜਿਹੜੀ ਐਸਟੀ ਡਿਕਲੇਅਰ ਹੋ ਜਾਂਦੀ ਹੈ। ਜਦੋਂ ਕਿਸੇ ਦਾ ਕੋਈ ਮਾਲਕ, ਕੋਈ ਵਾਰਸ, ਕਿਸੇ ਵਿਅਕਤੀ ਦਾ ਕੋਈ ਵਾਰਸ ਨਾ ਰਹੇ ਤਾਂ ਕਿੰਨੀਆਂ ਪੀੜ੍ਹੀਆਂ ਤੱਕ ਨਾ ਰਹੇ, ਉਹ ਸਾਰਾ ਵੇਰਵਾ ਇਸ ਗ੍ਰੀਨ ਬੁੱਕ 'ਚ ਦੱਸਿਆ ਗਿਆ। ਇੱਕ ਪੂਰਾ ਚੈਪਟਰ ਹੈ ਇਹਦੇ 'ਚ ਹੈਗਾ, ਠੀਕ ਹੈ। ਉਹਨੂੰ ਡਿਟੇਲ 'ਚ ਪੜ੍ਹੋਗੇ ਤੁਹਾਨੂੰ ਬਹੁਤ ਕੁਝ ਸਮਝ ਆਏਗਾ। ਤੇ ਨਾਲ ਹੀ ਇਹ ਹੈਗਾ ਵੀ ਜਦੋਂ ਕੋਈ ਵਾਰਸ ਨਾ ਬਚੇ ਤਾਂ ਜਿਹੜੀ ਪ੍ਰਾਪਰਟੀ ਹੈਗੀ ਹੈ ਐਸਟੀ ਡਿਕਲੇਅਰ ਹੋ ਜਾਂਦੀ ਹੈ, ਜਿਹਨੂੰ ਤੁਸੀਂ ਨਜ਼ੂਲ ਜ਼ਮੀਨ ਕਹਿ ਦਿੰਦੇ ਹੋ। ਹੁਣ ਅਰਜ਼ੀ ਰਿਕਾਰਡ ਦੇ ਵਿੱਚ ਜਿਹੜੀਆਂ ਜ਼ਮੀਨਾਂ ਨਜ਼ੂਲ ਦੇ ਨਾਮ ਤੇ ਤੁਹਾਡੇ ਕੋਲੇ ਜਿਹੜੀਆਂ ਹੀ ਆਉਂਦੀਆਂ ਨੇ, ਉਹ ਇਹ ਜ਼ਮੀਨਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਵਾਰਸ ਨਹੀਂ ਵਸਦਾ। ਜਦੋਂ ਉਹ ਜ਼ਮੀਨ ਜਿਹੜੀ ਹੈਗੀ ਹੈ ਸਰਕਾਰ ਦੇ ਨਾਮ ਤੇ ਐਸਟੀ ਡਿਕਲੇਅਰ ਹੋ ਜਾਂਦੀ ਹੈ, ਠੀਕ ਹੈ, ਉਹ ਜ਼ਮੀਨ ਨੂੰ ਹੀ ਅਸੀਂ ਨਜ਼ੂਲ ਜ਼ਮੀਨ ਕਹਿ ਦਿੰਦੇ ਹੁੰਦੇ ਹਾਂ। ਨੈਕਸਟ ਹੈ ਜੀ, ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਕੁਐਸਚਨ ਆਉਣ ਦੀ ਸੰਭਾਵਨਾ ਪੂਰੀ ਹੁੰਦੀ ਹੈ ਇਸ ਪੈਰੇ ਦੇ ਉੱਪਰ। ਪੈਰਾ 7.29 ਰਿਕਾਰਡ ਦੇ ਵਿੱਚ ਕਲੈਰੀਕਲ ਮਿਸਟੇਕਸ ਨੂੰ ਤੁਸੀਂ ਕਿਵੇਂ ਦੁਰਸਤ ਕਰ ਸਕਦੇ ਹੋ। ਅਚਾਨਕ ਜਮ੍ਹਾਂ ਹੁੰਦੀ ਲਿਖਦੇ ਤੁਹਾਡੇ ਤੋਂ ਨੰਬਰ ਛੁੱਟ ਗਿਆ, ਜਾਂ ਨੰਬਰ ਗਲਤ ਲਿਖਿਆ ਗਿਆ, ਜਾਂ ਕਿਸੇ ਵਿਅਕਤੀ ਦਾ ਨਾਮ ਲਿਖਦੇ ਮਾਲਕ ਦਾ ਨਾਮ ਗਲਤ ਲਿਖਿਆ ਗਿਆ, ਜਾਂ ਅਚਾਨਕ ਰਹਿ ਗਿਆ, ਠੀਕ ਹੈ। ਜਿਸ ਦੇ ਕਲੈਰੀਕਲ ਮਿਸਟੇਕ ਇਹਨੂੰ ਕਹਿੰਦੇ ਆਪਾਂ, ਹਿਸਾਬੀ ਕਿਤਾਬੀ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਇਸ ਨੂੰ ਆਪਾਂ ਦਰਜ ਕਰਦੇ ਹਾਂ। 7.29 ਦੇ ਵਿੱਚ ਹੈਗਾ, ਫਰਵਰ ਦਰਜ ਕਰਕੇ ਇਹਨੂੰ ਦੁਰਸਤ ਕੀਤਾ ਜਾ ਸਕਦਾ ਹੈ। ਫਰਵਰ ਦਾ ਕਾਲਮ ਕੀ ਹੁੰਦੇ ਨੇ? ਲੜੀ ਨੰਬਰ ਦਰਜ ਕੀਤਾ ਜਾਂਦਾ ਹੈ, ਨਵੀਂ ਜਮ੍ਹਾਂ ਹੁੰਦੀ ਦਾ ਖੇਵਟ ਨੰਬਰ। ਜਿੱਥੇ ਤੁਸੀਂ ਐਂਟਰੀ ਪਾਣੀ ਹੈ ਨਵੀਂ ਜਮ੍ਹਾਂ ਹੁੰਦੀ ਦੇ ਅਖੀਰ ਦੇ ਵਿੱਚ ਇੱਕ ਮਤਲਬ ਕਿ ਫਰਵਰ ਦਾ ਇੱਕ ਬਣਾਇਆ ਜਾਂਦਾ, 4-5 ਪੇਜ ਖਾਲੀ ਛੱਡੇ ਜਾਂਦੇ ਨੇ। ਜਦੋਂ ਅਸੀਂ ਫਰਵਰ ਦਰਜ ਕਰਨੀ ਹੈ ਤਾਂ ਜਿਹੜੀ ਜਮ੍ਹਾਂ ਹੁੰਦੀ ਸਾਡੀ ਚੱਲ ਰਹੀ ਹੁੰਦੀ ਹੈ, ਹਾਲੀ ਜਮ੍ਹਾਂ ਹੁੰਦੀ ਚੱਲ ਰਹੀ ਹੁੰਦੀ ਹੈ, ਉਹਦੇ ਵਿੱਚ ਫਰਵਰਾਂ ਦਰਜ ਕੀਤੀਆਂ ਜਾਂਦੀਆਂ ਨੇ। ਫਰਦ ਨੰਬਰ 1 ਨੰਬਰ ਤੋਂ ਸ਼ੁਰੂ ਹੋ ਜਾਂਦੀ ਹੈ। ਜਦੋਂ ਜਮ੍ਹਾਂ ਹੁੰਦੀ ਕੋਈ ਨਵੀਂ ਬਣ ਕੇ ਤਿਆਰ ਹੁੰਦੀ ਹੈ, ਉਸ ਤੋਂ ਬਾਅਦ ਜੇ ਸਾਡੇ ਤੋਂ ਧਿਆਨ ਦੇ ਵਿੱਚ ਕੋਈ ਇੱਦਾਂ ਦੀ ਗਲਤੀ ਆਉਂਦੀ ਹੈ ਤਾਂ ਪਹਿਲਾਂ ਫਰਦ ਨੰਬਰ 1 ਦਰਜ ਕੀਤੀ ਜਾਂਦੀ ਹੈ। ਉਹਦੇ 6 ਕਾਲਮ ਹੁੰਦੇ ਆ ਫਰਦ ਦੇ। ਪਹਿਲਾ ਕਾਲਮ ਲੜੀ ਨੰਬਰ ਦਾ ਹੁੰਦਾ ਹੈ, ਦੂਜਾ ਕਾਲਮ ਕਿਸ ਖੇਵਟ ਦੇ ਨਾਲ ਇਹ ਸੰਬੰਧਿਤ ਜਿਹੜੀ ਹੈਗੀ ਹੈ ਫਰਵਰ ਹੈਗੀ ਹੈ, ਉਹ ਖੇਵਟ ਨੰਬਰ ਤੇ ਖਤੌਨੀ ਨੰਬਰ ਦਰਜ ਕੀਤਾ ਜਾਂਦਾ ਹੈ। ਫਿਰ ਕਿਹੜੀ ਖੇਵਟ ਦੇ ਵਿੱਚ ਕਿਸ ਜਮ੍ਹਾਂ ਹੁੰਦੀ ਪਿੱਛੇ ਮੰਨ ਲਓ ਇਹ 2-3 ਜਮ੍ਹਾਂ ਹੁੰਦੀਆਂ ਟੱਪ ਚੁੱਕੀਆਂ, ਜਿਹੜੀ ਗਲਤੀ ਹੋਈ ਸੀ 2-3 ਜਮ੍ਹਾਂ ਪਹਿਲਾਂ ਹੋਈ ਸੀਗੀ, ਤਾਂ ਅਸਲ ਜਿਹੜੀ ਜਮ੍ਹਾਂ ਹੁੰਦੀ ਜਿੱਥੇ ਰਿਕਾਰਡ ਪਹਿਲਾਂ ਦਰੁਸਤ ਸੀਗਾ, ਉਹ ਜਮ੍ਹਾਂ ਹੁੰਦੀ ਕਿਹੜੇ ਸਾਲ ਦੀ ਹੈ ਤੇ ਉਹਦਾ ਖੇਵਟ ਖਤੌਨੀ ਨੰਬਰ ਕੀ ਹੈਗਾ। ਜਾਣੀ ਕਿ ਬੈਕ ਰੈਫਰੈਂਸ, ਜਿੱਥੇ ਕਰੈਕਸ਼ਨ ਸੀਗੀ, ਜਿੱਥੇ ਕਰੈਕਟ ਸੀਗਾ ਤੇ ਅੱਗੇ ਜਾ ਕੇ ਗਲਤੀ ਹੋ ਗਈ। ਲੜੀ ਨੰਬਰ 3 ਦੇ ਵਿੱਚ ਅਸੀਂ ਪੁਰਾਣੀ ਜਮ੍ਹਾਂ ਹੁੰਦੀ ਦਾ ਹਵਾਲਾ ਦੇਵਾਂਗੇ ਜਿੱਥੇ ਰਕਬਾ ਪਹਿਲਾਂ ਸਹੀ ਹੁੰਦਾ ਸੀਗਾ, ਠੀਕ ਹੈ। ਲੜੀ ਨੰਬਰ 2 'ਚ ਦੇਵਾਂਗੇ ਉਹ ਜਮ੍ਹਾਂ ਹੁੰਦੀ ਅੱਜ ਦੀ ਜਿੱਥੇ ਗਲਤ ਚੱਲਿਆ ਆ ਰਿਹਾ ਹੈ, ਠੀਕ ਹੈ। ਫਿਰ ਪਟਵਾਰੀ 4 ਨੰਬਰ ਕਾਲਮ 'ਚ ਆਪਣੀ ਡਿਟੇਲ ਰਿਪੋਰਟ ਦਿੰਦਾ ਹੈ ਵੀ ਇੱਦਾਂ ਕਰਕੇ ਇਸ ਜਮ੍ਹਾਂ ਹੁੰਦੀ ਦੇ ਵਿੱਚ ਸਾਬਕਾ ਜਮ੍ਹਾਂ ਹੁੰਦੀ ਮੰਨ ਲਓ 2001-2 ਦੀ ਜਮ੍ਹਾਂ ਹੁੰਦੀ ਸੀਗੀ, ਠੀਕ ਹੈ, ਉੱਥੇ ਰਿਕਾਰਡ ਦਰੁਸਤ ਸੀਗਾ। ਪਟਵਾਰੀ ਹਲਕਾ ਵੱਲੋਂ ਲਿਖਿਆ ਜਾਏਗਾ ਵੀ ਉਹ ਜਮ੍ਹਾਂ ਹੁੰਦੀ ਜਿਹੜੀ ਸਾਲ 2002-1-2 ਦੀ ਜਮ੍ਹਾਂ ਹੁੰਦੀ ਸੀ, ਉਹਦੀ ਖੇਵਟ ਨੰਬਰ 4 ਦੇ ਵਿੱਚ ਇਹ ਜਿਹੜਾ ਨੰਬਰ ਖਸਰਾ ਸੀਗਾ, ਕੋਈ 2 ਨੰਬਰ ਜਾਂ 4 ਨੰਬਰ ਕੋਈ ਹੈਗਾ ਸੀਗਾ ਵੀ ਇਹ ਦਰਜ ਹੈਗਾ ਸੀਗਾ, ਪਰ ਅਗਲੀ ਜਮ੍ਹਾਂ ਹੁੰਦੀ ਬਣਨ ਵੇਲੇ ਜਿਹੜਾ ਇਹ ਨੰਬਰ ਹੈ ਗਲਤੀ ਨਾਲ ਰਹਿ ਗਿਆ ਦਰਜ ਹੋਣ ਤੋਂ। ਅੱਜ ਵੀ ਇਹ ਜਿਹੜਾ ਨੰਬਰ ਹੈ ਗਲਤੀ ਚੱਲਿਆ ਆ ਰਿਹਾ ਹੈ। ਤੇ ਹੁਣ ਜਿਹੜੀ ਜਮ੍ਹਾਂ ਹੁੰਦੀ ਨਵੀਂ ਜਮ੍ਹਾਂ ਹੁੰਦੀ ਹੈ, ਇਸ ਜਮ੍ਹਾਂ ਹੁੰਦੀ ਇਸ ਖੇਵਟ ਦੇ ਵਿੱਚ ਇਹ ਜਿਹੜਾ ਨੰਬਰ ਹੈ ਦਰੁਸਤ ਦਰਜ ਕਰਨ ਦੀ ਆਗਿਆ ਦਿੱਤੀ ਜਾਵੇ। ਇਹ ਡਿਟੇਲ ਦੀ ਰਿਪੋਰਟ ਹੈ, ਸ਼ਾਰਟ ਦੇ ਵਿੱਚ ਹੀ ਰਿਪੋਰਟ ਦਿੱਤੀ ਜਾਣੀ ਚਾਹੀਦੀ ਹੈ।
ਬਿਲਕੁਲ ਸ਼ਾਰਟ ਜਿਹੀ ਰਿਪੋਰਟ ਹੋਣੀ ਚਾਹੀਦੀ, ਪ੍ਰੈਸੀ ਟਾਈਪ ਦੀ ਰਿਪੋਰਟ ਹੋਣੀ ਚਾਹੀਦੀ। ਬਹੁਤ ਆਪਾਂ ਅਕਸਰ ਦੇਖਦੇ ਹਾਂ ਵੀ ਜਿਹੜੀਆਂ ਸਾਡੀਆਂ ਫਰਦਰ ਦੀਆਂ ਰਿਪੋਰਟਾਂ ਹੁੰਦੀਆਂ ਨੇ ਬਹੁਤ ਲੰਮੀ ਚੌੜੀਆਂ ਹੁੰਦੀਆਂ ਨੇ, ਜਿੱਥੇ ਆ ਕੇ ਫਿਰ ਕੀ ਹੈਗਾ ਉੱਪਰੋਂ ਪੜ੍ਹਦੇ ਹਾਂ ਥੱਲੇ ਆ ਕੇ ਭੁੱਲ ਜਾਂਦੇ ਵੀ ਕੀ ਕੀਤਾ ਕਿਹਾ ਕੀ ਜਾ ਰਿਹਾ ਹੈ। ਨਟਸ਼ੈਲ ਦੇ ਵਿੱਚ ਰਿਪੋਰਟ ਹੋਣੀ ਚਾਹੀਦੀ ਹੈ ਤਾਂ ਕਿ ਸਪਸ਼ਟ ਪਤਾ ਲੱਗੇ ਪੜ੍ਹਨਸਾਰ ਵਾਲਿਆਂ ਨੂੰ ਵੀ ਇਹ ਗੱਲ ਅਸਲ ਗੱਲ ਕੀ ਹੈਗੀ ਹੈ। ਫਿਰ ਕਾਨੂੰਨ ਕੋ ਰਿਕਾਰਡ ਦੀ ਪੜਤਾਲ ਕਰਕੇ ਰਿਪੋਰਟ ਕਰਦਾ ਹੈ। ਦੈਨ ਹੈਗਾ ਕਾਲਮ ਨੰਬਰ 6 ਦੇ ਵਿੱਚ ਜਿਹੜਾ ਹੈਗਾ ਰੈਵਨਿਊ ਆਫਿਸਰ ਵੱਲੋਂ ਇਹਦੀ ਤਸਦੀਕ ਕਰ ਦਿੱਤੀ ਜਾਂਦੀ ਹੈ। ਜਦੋਂ ਪਟਵਾਰੀ ਹਲਕਾ ਵੱਲੋਂ ਫਰਦ ਦਰਜ ਹੋ ਜਾਵੇ ਤਾਂ ਉਹ ਕੰਸਰਨ ਜਮ੍ਹਾਂਬੰਦੀ ਜਿਹੜੀ ਨਵਾਂ ਜਮ੍ਹਾਂਬੰਦੀ ਜਿਹੜੀ ਚੱਲ ਰਹੀ ਹੈ ਉਹਦੇ ਖਾਨਾ ਕੈਫੀਅਤ ਦੇ ਵਿੱਚ ਪੈਨਸਿਲ ਦੇ ਨਾਲ ਹਵਾਲਾ ਦਰਜ ਕਰੇਗਾ। ਜਦੋਂ ਇਹ ਫਰਦ ਮਨਜ਼ੂਰ ਹੋ ਜਾਵੇ ਤਾਂ ਤਹਿਸੀਲਦਾਰ ਵੱਲੋਂ ਮਨਜ਼ੂਰ ਹੋਣ ਤੋਂ ਬਾਅਦ ਉਸ ਫਰਦ ਦਾ ਜਿਹੜਾ ਹਵਾਲਾ ਹੈ ਲਾਸ਼ੀ ਦੇ ਨਾਲ ਪੱਕਾ ਕਰ ਦਿੱਤਾ ਜਾਂਦਾ ਹੈ। ਅਗਲੀ ਜਮ੍ਹਾਂਬੰਦੀ ਜਦੋਂ ਬਣੇਗੀ ਨਵੀਂ ਤਾਂ ਉਹਦੇ ਵਿੱਚ ਇਹਦੀ ਐਂਟਰੀ ਪਾ ਕੇ ਦੁਰਸਤ ਕਰ ਦਿੱਤੀ ਜਾਂਦੀ ਹੈ। हेलो हाँ जी, सर देख इंतजार से फर्द मेरे थोड़ा ਉੱਚੀ ਬੋਲੋ, ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਚੰਗੀ ਤਰ੍ਹਾਂ। देख इंतजार से फर्द मेरे की फर्क करी देख इंतजार ਫਰ ਬਦਲਤਾ ਸਿਰਫ ਤਾਂ ਬਣਦੀ ਹੈ ਜੇ ਜਮਾਂ ਇੰਤਕਾਲ ਸਾਰਾ ਬਿਲਕੁਲ ਠੀਕ ਹੋਇਆ ਹੋਵੇ, ਇੰਤਕਾਲ ਦਾ ਅਮਲ ਹੋ ਚੁੱਕਿਆ ਜਾਂ ਨਹੀਂ ਹੋ ਚੁੱਕਿਆ, ਪਰ ਇੰਤਕਾਲ ਸਾਡਾ ਠੀਕ ਹੋਇਆ ਹੈ ਤਾਂ ਫਰਦਰ ਬਣ ਸਕਦੀ ਹੈ। ਸਿਹਤ ਇੰਤਕਾਲ ਉਦੋਂ ਦਰਜ ਕਰਦੇ ਹਾਂ ਜਦੋਂ ਸਾਡਾ ਜਿਹੜਾ ਇੰਤਕਾਲ ਦੇ ਵਿੱਚ ਹੀ ਕੋਈ ਪ੍ਰੋਬਲਮ ਰਹਿ ਗਈ ਹੋਵੇ, ਇੰਤਕਾਲ ਸਹੀ ਨਾ ਹੋਇਆ ਹੋਵੇ। ਇੰਤਕਾਲ ਦੀ ਦੁਰਸਤੀ ਲਈ ਸਿਹਤ ਇੰਤਕਾਲ ਦਰਜ ਕੀਤਾ ਜਾਂਦਾ ਹੈ। ਇਹ ਬੰਦ ਸਵਾਲ ਦੀ ਕੋਈ ਲੋੜ ਨਹੀਂ ਜੀ। ਹੁਣ ਇਹ ਚੀਜ਼ਾਂ ਕਾਫੀ ਜਿਹੜੀਆਂ ਹੈਗੀਆਂ ਨੇ ਅਨਨੈਸੈਸਰੀ ਰਹਿ ਗਈਆਂ, ਹੁਣ ਇਹਨਾਂ ਦੀ ਜ਼ਰੂਰਤ ਨਹੀਂ ਪੈਂਦੀ। ਪਹਿਲਾ 7.30 ਹੈ, ਇਹ ਵੀ ਇੰਪੋਰਟੈਂਟ ਹੈ ਜੀ ਕਿ ਦੁਰਸਤੀ ਇੰਤਕਾਲ ਦਰਜ ਨਾ ਕੀਤੇ ਜਾਣ। ਇੱਥੇ ਹੀ ਕਿਹਾ ਗਿਆ ਹੈਗਾ ਵੀ ਜੇ ਕਿਤੇ ਰਿਕਾਰਡ ਦੀ ਗਲਤੀ ਰਹਿ ਗਈ ਹੈ ਤਾਂ ਤੁਹਾਨੂੰ ਨਵਾਂ ਇੰਤਕਾਲ ਦਰਜ ਨਾ ਕੀਤਾ ਜਾਵੇ। ਜੇ ਕਿਤੇ ਕਲੈਰੀਕਲ ਮਿਸਟੇਕ ਹੈਗੀ ਆ ਤਾਂ ਉਹਨੂੰ ਪੈਰਾ 7.29 ਦੇ ਅਕੋਰਡਿੰਗ ਉਹਦੀ ਜਿਹੜੀ ਫਰਦ ਦਰਜ ਕਰਕੇ ਦੁਰਸਤੀ ਕਰ ਲਈ ਜਾਵੇ। ਇਸੇ ਤਰੀਕੇ ਜੇ ਕੋਈ ਵਿਰਾਸਤ ਦੇ ਇੰਤਕਾਲ ਦੇ ਵਿੱਚ ਜੇ ਕੋਈ ਖਾਤਾ ਛੁੱਟ ਜਾਵੇ, ਦਰਜ ਹੋਣ ਤੋਂ ਰਹਿ ਜਾਵੇ, ਤਾਂ ਉਹਦੇ ਲਈ ਵੀ ਨਵਾਂ ਇੰਤਕਾਲ ਦਰਜ ਕਰਨ ਦੀ ਲੋੜ ਨਹੀਂ ਹੁੰਦੀ। ਉਹਦੇ ਲਈ ਵੀ ਤੁਸੀਂ ਜਿਹੜਾ ਹੈਗਾ ਫਰਦ ਰਾਹੀਂ ਦੁਰਸਤੀ ਕਰ ਸਕਦੇ ਹੋ। ਸਰ ਇੱਥੇ ਇੱਕ ਸਵਾਲ ਸੀਗਾ ਜੀ ਵੀ 7.30 ਹਿੱਸਾ ਲਿਖਦਾ ਹੈ ਵੀ ਜਿੱਥੇ ਲਿਖਤ ਤਰੁੱਟੀ ਜਿੱਥੇ ਫਰਦ ਬਦਲ ਰਾਹੀਂ ਨਾ ਕੀਤੀ ਜਾ ਸਕਦੀ ਹੋਵੇ ਤਾਂ ਸਾਫ਼ ਤੱਤ ਦੇ ਨਤੀਜੇ ਵਜੋਂ ਅਜਿਹੇ ਇੰਦਰਾਜ ਤੋਂ ਨੁਕਸਾਨ ਹੋਣ ਵਾਲੀ ਧਿਰ ਨੂੰ ਇਸ ਦਾ ਹੱਲ ਮੁਕੱਦਮੇ ਰਾਹੀਂ ਕਰਾਉਣਾ ਚਾਹੀਦਾ ਹੈ। ਹਾਂ ਜੀ, ਕਲੈਰੀਕਲ ਮਿਸਟੇਕ ਨਹੀਂ ਹੈਗੀ then we have to go to the civil court। ਠੀਕ ਸਰ, ਠੀਕ। ਕਲੀਅਰ ਇਨਸਟਰਕਸ਼ਨਾਂ ਨੇ ਜੀ, ਬੇਸ਼ੱਕ ਆਪਾਂ ਸਭ ਕੁਝ ਕਰਦੇ ਰਹਿੰਦੇ ਆ, ਹੋਈ ਜਾਂਦਾ ਹੈ, ਠੀਕ ਹੈ, ਪਰ ਦਿਸ ਇਜ਼ ਦਾ ਕਲੀਅਰ ਇਨਸਟਰਕਸ਼ਨ ਹੈ। ਜੇ ਕਲੈਰੀਕਲ ਮਿਸਟੇਕ ਹੈ ਤਦੀ ਵੀ ਕੈਨ ਚੇਂਜ ਇਨ ਦਾ ਜਮ੍ਹਾਂ ਹੁੰਦੀ ਕਰੈਕਸ਼ਨ ਕਰ ਸਕਦੇ ਹਾਂ। ਪਰ ਜੇ ਕਲੈਰੀਕਲ ਮਿਸਟੇਕ ਨਹੀਂ ਹੈਗੀ, ਕਿਤੇ ਹੋਰ ਤਰ੍ਹਾਂ ਦੀਆਂ ਕੋਈ ਰਿਕਾਰਡ 'ਚ ਗਲਤੀਆਂ ਹੈਗੀਆਂ ਨੇ, ਬੰਦ ਸਵਾਲ ਬਾਰੇ ਕੁਐਸਚਨ ਤੁਹਾਨੂੰ ਕੋਈ ਲੋੜ ਨਹੀਂ, ਕਦੇ ਆਇਆ ਨਹੀਂ ਹੈਗਾ। ਅੱਗੇ ਜਮ੍ਹਾਂਬੰਦੀ ਆ ਜਾਂਦੀ ਹੈ ਜੀ ਇੰਤਕਾਲ ਤੋਂ ਬਾਅਦ 7.40। ਇਸ ਤੋਂ ਪਹਿਲਾਂ ਇਹ ਇੰਤਕਾਲ ਸੀਗੇ, ਠੀਕ ਹੈ, ਜਿਹਨੂੰ ਅਸੀਂ ਐਨੂਅਲ ਰਿਕਾਰਡ ਕਹਿ ਦਿੰਦੇ ਆ। ਇਹ ਜਿਹੜੇ ਇੰਤਕਾਲ ਹੁੰਦੇ ਨੇ ਇਹ ਵੀ ਇੱਕ ਮਿਸਲਕੀ ਦਾ ਜਮ੍ਹਾਂਬੰਦੀ ਦਾ ਪਾਰਟ ਹੁੰਦੇ ਨੇ, ਠੀਕ ਹੈ। ਤੇ ਅੱਗੇ ਆ ਕੇ ਜਮ੍ਹਾਂਬੰਦੀ ਆ ਜਾਂਦੀ ਹੈ। ਜਮ੍ਹਾਂਬੰਦੀ 7.40 ਦੇ ਨਾਲ ਕੰਸਰਨ ਹੈਗੀ ਹੈ। ਹੁਣ ਜਮ੍ਹਾਂਬੰਦੀ ਦੇ ਕਾਲਮ ਵੀ ਸਾਰੇ ਬਦਲ ਚੁੱਕੇ। ਅਸਲ ਦੇ ਜਮ੍ਹਾਂਬੰਦੀ ਦੇ 12 ਕਾਲਮ ਹੁੰਦੇ ਆ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਠੀਕ ਹੈ। ਇਹ ਗ੍ਰੀਨ ਬੁੱਕ ਦੇ ਵਿੱਚ ਬਹੁਤ ਡਿਟੇਲ ਦਿੱਤਾ ਹੋਇਆ ਹੈ, ਇਹ ਦੇਖ ਲੈਣਾ। ਇਹਨਾਂ ਕੋਲੇ ਜਿਹੜੇ ਨਵੇਂ ਬੰਦੇ ਇਸ ਰੈਵਨਿਊ ਦੇ ਅੰਦਰ ਸਾਰਿਆਂ ਨੂੰ ਪਤਾ ਹੀ ਹੈਗਾ। ਪਟਵਾਰੀ ਜਿਹੜੇ ਕਾਨੂੰਗੋ ਸਾਹਿਬਾਨ ਨੇ ਉਹਨਾਂ ਤੋਂ ਕੁਝ ਨਹੀਂ ਭੁੱਲਿਆ ਹੋਇਆ ਇਹਦੇ ਬਾਰੇ 'ਚ, ਕੋਈ ਦੱਸਣਾ ਮੈਂ ਨਹੀਂ ਸਮਝਦਾ ਹੈਗਾ। ਬਾਕੀ ਜਿਹੜੇ ਹੈਗੇ ਆ ਜੀ ਇਹ 12 ਕਾਲਮਾਂ ਬਾਰੇ ਜਾਣਕਾਰੀ ਹਾਸਲ ਕਰ ਲਿਓ, ਇਹ ਬੁੱਕ ਪੜ੍ਹ ਲਿਓ ਸਾਰੇ। ਇਹਦੀ ਜਿਹੜੀ ਜਮ੍ਹਾਂਬੰਦੀ ਇਹਦੇ ਕਾਲਮ 12 ਕਾਲਮ ਹੁੰਦੇ ਆ। ਹੈ ਜੀ, 8 का
ਸਰ ਅਮੈਂਡਮੈਂਟ ਕਰਕੇ 8 ਕਰ ਦਿੱਤੇ ਜੀ ਕਾਨੂੰਨ। ਮੈਂ ਸਮਝਦਾ ਅਮੈਂਡਮੈਂਟ ਕਰ ਦਿੱਤੀ, ਪਰ ਉਹਨਾਂ ਕਾਲਮਾਂ ਨੂੰ ਫਿਰ ਇਨਕਲੂਡ ਕਰਤਾ ਨਾ ਇੱਕ ਦੂਜੇ ਦੇ ਵਿੱਚ। ਅਸਲ ਤਾਂ ਗੱਲ ਉਹੀ ਹੈ, ਮਤਲਬ ਮੇਨ ਜਿਹੜੀ ਵਰਡਿੰਗ ਹੈਗੀ ਹੈ, ਜਿਹੜਾ ਹੈਗਾ ਉਹ ਸਾਰੇ ਕਵਰ ਤਾਂ ਹੁੰਦੇ ਆ, ਪਰ ਕਾਲਮ ਘਟਾ ਕੇ 8 ਕਰ ਦਿੱਤੇ, ਪਰ ਉਹ ਕੁਝ ਖਾਨਿਆਂ ਨੂੰ ਦੂਜੇ ਖਾਨਿਆਂ ਵਿੱਚ ਜੋੜ ਦਿੱਤਾ ਹੈਗਾ। ਠੀਕ ਹੈ ਨਾ। ਮੈਨੂਅਲ ਦੇ ਰੂਲ ਵੀ ਨਹੀਂ ਸਰ ਬਦਲੇ, ਬੇਸ਼ੱਕ ਖਾਨੇ ਘਟਾ ਵੀ ਦਿੱਤੇ ਉਹਨਾਂ ਨੇ, ਮੈਨੂਅਲ ਦੇ ਰੂਲ ਨੇ ਫਰਦ ਬਦਲ ਮੈਨੂਅਲ ਇੱਕ ਨਵਾਂ ਲਿਖ ਦਿੱਤਾ, ਲੈਂਡ ਬੋਰਡ ਮੈਨੂਅਲ ਨੂੰ ਨਹੀਂ ਚੇਂਜ ਕੀਤਾ ਕਿਤੇ ਵੀ। ਉਹ ਬਹੁਤ ਸਾਰਾ ਕੁਝ ਕੰਟਰਾਡਿਕਟਰੀ ਹੋ ਜਾਂਦਾ ਜੀ। ਠੀਕ ਹੈ, ਤੁਸੀਂ ਚਾਹੇ 12 ਕਾਲਮ ਲਿਖ ਕੇ ਨਾਲ ਦੀ ਨਾਲ ਤੁਸੀਂ ਥੱਲੇ ਲਿਖ ਦਿਓ ਵੀ ਜਿਹੜੇ ਹੁਣ ਨਵੀਂ ਅਮੈਂਡਮੈਂਟ ਦੇ ਰਾਹੀਂ ਜਿਹੜੇ ਇਹਦੇ ਕਾਲਮ ਜਿਹੜੇ 8 ਬਣ ਚੁੱਕੇ ਹੈਗੇ ਆ, ਜਿਹੜੇ ਹੁਣ ਕੁਝ ਕਾਲਮ ਨੇ ਜਿਹੜੇ ਨੰਬਰ ਦਾ ਕਾਲਮ ਹੈ। ਠੀਕ ਹੈ, ਆ ਜਿਹੜਾ 3 ਨੰਬਰ ਕਾਲਮ ਹੈਗਾ ਇਹ ਚੱਕ ਕੇ ਤੁਸੀਂ 1 ਨੰਬਰ 'ਚ ਪਾਤਾ ਮੇਰਾ ਖਿਆਲ ਹੈ। ਠੀਕ ਹੈ, ਇੱਦਾਂ ਦੇ ਕੁਝ ਕਾਲਮ ਜਿਹੜੇ ਹੈਗੇ ਉਹ ਕਲੱਬ ਕਰ ਦਿੱਤੇ ਗਏ, ਕਲੱਬ ਕਰਨ ਦੇ ਨਾਲ ਹੀ ਉਸ ਨੂੰ ਜਮ੍ਹਾਂ ਦੇ ਕਾਲਮ ਘਟਾ ਦਿੱਤੇ ਹੈ। ਠੀਕ ਹੈ, ਇਹ ਸਿਰਫ ਫੈਸਿਲਿਟੀ ਫਾਰ ਦਾ ਫੈਸਿਲਿਟੀ ਆਫ ਜਿਹੜੀ ਹੈਗੀ ਹੈ PRS ਦੇ ਸੰਬੰਧ ਵਿੱਚ ਇਹ ਕੀਤਾ ਗਿਆ ਹੈਗਾ, ਪਰ ਜੋ ਵੀ ਹੈ ਠੀਕ ਹੈਗਾ, ਜੋ ਅੱਛਾ ਲੱਗਿਆ ਡਿਪਾਰਟਮੈਂਟ ਨੂੰ ਠੀਕ ਕੀਤਾ ਹੈਗਾ। ਕੁਝ ਕਾਲਮ ਜਿਹੜੇ ਅਨਨੈਸੈਸਰੀ ਹੁੰਦੇ ਹੈਗੇ ਆ, ਠੀਕ ਹੈ, ਕਾਲਮ ਪੂਰਾ ਘੇਰ ਲੈਂਦੇ ਆ ਉਹ, ਪਰ ਕਿਤੇ ਚੇਂਜ ਉਹਦੇ 'ਚ ਆਉਂਦੀ ਨਹੀਂ ਹੈਗੀ। ਕਾਲਮ ਨੰਬਰ 1 'ਚ ਜਮ੍ਹਾਂ ਹੁੰਦੀ ਦਾ ਕੀਵਰਡ ਦਾ ਨੰਬਰ ਪਾਇਆ ਜਾਂਦਾ ਹੈ, 2 ਨੰਬਰ 'ਚ ਖਤੌਨੀ ਨੰਬਰ ਦਰਜ ਕੀਤਾ ਜਾਂਦਾ ਹੈ, 3 ਨੰਬਰ 'ਚ ਪੱਤੀ ਦਾ ਨੰਬਰ ਜਾਂ ਨੰਬਰਦਾਰ ਦਾ ਨਾਮ ਦਰਜ ਕੀਤਾ ਜਾਂਦਾ ਹੈ, ਮਾਮਲੇ ਦੀ ਰਕਮ ਦਰਜ ਕੀਤੀ ਜਾਂਦੀ ਹੈ, 4 ਨੰਬਰ 'ਚ ਮਾਲਕ ਦਾ ਨਾਮ, 5 'ਚ ਕਾਸ਼ਤਕਾਰ ਦਾ ਨਾਮ ਹੈ, 6 ਨੰਬਰ ਖੂਹਾਂ ਖਾਂ ਇਰੀਗੇਸ਼ਨ ਸੋਰਸਿਸ ਆ ਜਾਂਦੇ ਨੇ, 7 ਨੰਬਰ 'ਚ ਫਿਰ ਮਰਬਾ ਕਿੱਲਾ ਨੰਬਰ ਆ ਜਾਂਦਾ ਹੈਗਾ, 8 ਨੰਬਰ 'ਚ ਮਾਮਲਾ ਉਹਦਾ ਰਕਬਾ ਆ ਜਾਂਦਾ ਹੈ। ਠੀਕ ਹੈ ਜੀ, 9 ਨੰਬਰ 'ਚ ਲਗਾਨ ਆ ਜਾਂਦਾ, ਜਾਣੀ ਕਿ ਕਿਰਾਇਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ। 10 ਨੰਬਰ ਦੇ ਵਿੱਚ ਮਾਮਲਾ ਲਗਾਉਣ ਦਾ ਤਰੀਕਾ ਕੀ ਹੈ, ਰੇਟ ਆਫ ਲੈਂਡ ਰੈਵਨਿਊ, ਕਿਸ ਤਰੀਕੇ ਨਾਲ ਮਾਮਲਾ ਲਗਾਇਆ ਗਿਆ ਹੈ, ਕਿਹੜੀ ਜ਼ਮੀਨ ਦੇ ਉੱਪਰ ਕਿੰਨਾ ਲੱਗਦਾ ਹੈ, ਚਾਹੀ ਦੇ ਉੱਪਰ ਕਿੰਨਾ ਲੱਗਦਾ ਹੈ, ਬਰਾਨੀ ਦੇ ਉੱਪਰ ਕਿੰਨਾ ਲੱਗਦਾ ਹੈ। ਠੀਕ ਹੈ, ਇਹ ਰੇਟ ਦਰਜ ਕੀਤਾ ਜਾਂਦਾ ਹੈ। ਇਹ ਰੇਟ ਦਰਜ ਕੀਤਾ ਜਾਂਦਾ ਉਸ ਵੇਲੇ ਜਦੋਂ ਅਸੈਸਮੈਂਟ ਹੁੰਦੀ ਹੈ, ਬਾਅਦ 'ਚ ਫਿਰ ਲਗਾਤਾਰ ਇਹ 'ਚ ਕੋਈ ਚੇਂਜ ਨਹੀਂ ਆਉਂਦੀ, ਇਹ ਉਦਾਂ ਹੀ ਚੱਲਦਾ ਰਹਿੰਦਾ ਹੈ। ਫਿਰ ਅਗਲਾ 11 ਨੰਬਰ ਕਾਲਮ ਮਾਮਲੇ ਦਾ ਆ ਜਾਂਦਾ ਹੈ। ਠੀਕ ਹੈ ਜੀ, ਨੈਕਸਟ ਕੈਫੀਅਤ ਆ ਜਾਂਦੀ ਹੈ। ਆਮ ਤੌਰ ਤੇ ਕਿਹਾ ਗਿਆ ਵੀ ਜਿਹੜੀ ਸ਼ਾਮਲਾਤ ਦੀ ਸਰਕਾਰ ਦੀ ਗਵਰਨਮੈਂਟ ਖੇਵਟਾਂ ਹੁੰਦੀਆਂ ਨੇ, ਸਰਕਾਰ ਦੀ ਲੈਂਡ ਹੁੰਦੀ ਹੈ, ਇਹਨੂੰ ਜਮ੍ਹਾਂ ਦੀ ਕਿੱਥੇ ਦਿਖਾਇਆ ਜਾਂਦਾ ਹੈ, ਇਹਦੀ ਖੇਵਟ ਕਿੱਥੇ ਕਿ ਇਨ ਬਿਟਵੀਨ ਬਚਾਈ ਜਾਂਦੀ ਹੈ ਜਾਂ ਕਿੱਥੇ ਬਣਾਈ ਜਾਂਦੀ ਹੈ। ਆਮ ਤੌਰ ਤੇ 7.42 ਦੇ ਵਿੱਚ ਪਹਿਲਾਂ 7.42 ਕਿਹਾ ਗਿਆ ਵੀ ਸਰਕਾਰ ਦੀ ਜਿਹੜੀ ਜ਼ਮੀਨ ਹੈਗੀ ਹੈ, ਮਾਲਕੀ ਸਰਕਾਰੀ ਗਵਰਨਮੈਂਟ ਲੈਂਡ ਹੈਗੀ ਹੈ, ਇਹਨੂੰ ਆਮ ਤੌਰ ਤੇ ਸ਼ਾਮਲਾਤ ਦੀ ਜਿਹੜੀ ਜ਼ਮੀਨ ਹੈਗੀ ਹੈ ਉਸ ਤੋਂ ਬਾਅਦ ਹੀ ਦਰਜ ਕੀਤਾ ਜਾਂਦਾ ਹੈ। ਅਕਸਰ ਤੁਸੀਂ ਦੇਖਦੇ ਹੋ ਤੁਹਾਡੇ ਸਾਹਮਣੇ ਸਰਕਾਰ ਦੀ ਜ਼ਮੀਨ ਨੂੰ ਜਮ੍ਹਾਂ ਹੁੰਦੀ ਸ਼ਾਮਲਾਤ ਦੀ ਖੇਵਟ ਦੇ ਬਾਅਦ ਖੇਵਟ ਦਰਜ ਕੀਤੀ ਜਾਂਦੀ ਹੈ। ਫਿਰ ਅਲੱਗ-ਅਲੱਗ ਡਿਪਾਰਟਮੈਂਟ ਦੇ ਨਾਮ ਦਰਜ ਕੀਤੇ ਜਾਂਦੇ ਨੇ। ਸਟੇਟ ਗਵਰਨਮੈਂਟ ਦਾ ਨੰਬਰ ਨਾਮ ਖਾਨਾ ਨੰਬਰ 4 'ਚ ਆ ਜਾਂਦਾ ਹੈ। ਫਿਰ ਕਿਹੜੇ ਮਹਿਕਮੇ ਦੇ ਕੋਲ ਹੈਗੀ ਹੈ ਉਹ ਖਾਨਾ ਨੰਬਰ 5 ਦਰਸਾਏ ਜਾਂਦੇ ਨੇ, ਜਿਵੇਂ ਕਿ ਕਾਸ਼ਤ ਵਾਲੇ ਖਾਨੇ 'ਚ, ਪੋਜੈਸ਼ਨ ਵਾਲੇ ਖਾਨੇ 'ਚ। ਪੈਰਾ 7.5 ਆ 'ਚ ਲਿਖਿਆ ਹੈ (7.49) 'ਚ ਜਮ੍ਹਾਂਬੰਦੀ ਵਿੱਚ ਖੇਤਾਂ ਦੀਆਂ ਕਿਸਮਾਂ ਕਿਸ ਪ੍ਰਕਾਰ ਦਰਜ ਕੀਤੀਆਂ ਜਾਂਦੀਆਂ ਹਨ। ਪਮੈਸ਼ ਵੇਲੇ ਖਤੌਨੀ ਬਣਾਈ ਜਾਂਦੀ ਹੈ, ਖਤੌਨੀ ਪਮੈਸ਼ ਨੂੰ ਅਸੀਂ ਕਹਿ ਦਿੰਦੇ ਹਾਂ। ਠੀਕ ਹੈ, ਉਸ ਖਤੌਨੀ ਵਿੱਚ ਖੇਤ ਦੀ ਕਿਸਮ ਅਸੀਂ ਫਿਕਸ ਕਰ ਲੈਣੇ ਆ ਵੀ ਆਹ ਕਿਸਮ ਹੈ ਖੇਤ ਦੀ, ਇਸੀ ਕਿਸਮ ਨੂੰ ਮਿਸਲਕੀਅਤ ਜਮ੍ਹਾਂਬੰਦੀ ਵਿੱਚ ਦਰਜ ਕੀਤਾ ਜਾਂਦਾ ਹੈ। ਮੋਟੇ ਤੌਰ ਤੇ ਜ਼ਮੀਨ ਦੀਆਂ 3 ਕਿਸਮਾਂ ਹੁੰਦੀਆਂ ਨੇ, ਜ਼ਿਆਦਾਤਰ ਇਹ ਕਿਹਾ ਗਿਆ ਹੈ। ਕਿਹੜੀਆਂ? ਉਹ ਪਹਿਲੀ ਜਿਹੜੀ ਸਿੰਚਾਈ ਦੇ ਸਾਧਨਾਂ ਦੀ ਮਦਦ ਤੋਂ ਬਿਨਾਂ ਵਾਹੀ ਕੀਤੀ ਜਾਵੇ, ਜਿੱਥੇ ਇਰੀਗੇਸ਼ਨ ਸੋਰਸਿਸ ਕੋਈ ਨਾ ਹੋਵੇ। ਠੀਕ ਹੈ, ਜਿਹਨੂੰ ਅਸੀਂ ਅਕਸਰ ਬਰਾਨੀ ਕਹਿ ਦਿੰਦੇ ਹਾਂ। ਉਹ ਭੂਮੀ ਜਿਹੜੀ ਵਾਹੀ ਨਹੀਂ ਜਾਂਦੀ। ਇਸੇ ਤਰ੍ਹਾਂ ਇਹਨਾਂ ਜ਼ਮੀਨਾਂ ਦੀਆਂ ਕਿਸਮਾਂ ਦੇ ਅਨੁਸਾਰ ਜਿੰਨੇ ਨਕਸ਼ੇ ਪੈਦਾਵਾਰ ਦੇ ਜਾਂ ਹੋਰ ਲੈਣ ਦੇਣ ਸੰਬੰਧੀ ਤਿਆਰ ਕੀਤੇ ਜਾਣਗੇ। ਮਤਲਬ ਇਹ ਕਹਿੰਦਾ ਵੀ ਜਦੋਂ ਅਸੀਂ ਸੈਟਲਮੈਂਟ ਕਰਦੇ ਹਾਂ, ਸੈਟਲਮੈਂਟ ਕਰਨ ਵੇਲੇ ਖੇਤ ਤੋਂ ਖੇਤ ਅਸੀਂ ਜਾਂਦੇ ਹਾਂ,
ਜਿਵੇਂ ਕਿ ਡੋਰ ਟੂ ਡੋਰ ਜਾਣ ਵਾਲੀ ਗੱਲ ਹੈਗੀ ਹੈ। ਹਰ ਖੇਤ ਦੀ ਜਾ ਕੇ ਪਰਮੈਸ਼ ਕਰਦੇ ਆ, ਉਸ ਵੇਲੇ ਖੇਤ ਦਾ ਜਿਹੜਾ ਹੈਗਾ ਕੀ ਸੋਰਸ ਹੈ, ਇਰੀਗੇਸ਼ਨ ਦਾ ਕੋਈ ਸੋਰਸ ਹੈਗਾ ਜਾਂ ਨਹੀਂ ਹੈਗਾ, ਉਸ ਵੇਲੇ ਜਿਹੜੀ ਇਹੀ ਹੈ ਇਹ ਉਹਦੀ ਕਿਸਮ ਲਿਖੀ ਜਾਂਦੀ ਹੈ। ਫਿਰ ਕਹਿੰਦਾ ਵੀ ਬਰਾਨੀ ਤੋਂ ਕੀ ਭਾਵ ਹੈ। ਪੈਰਾ 7.50 ਜਦੋਂ ਤੁਹਾਨੂੰ ਕੁਐਸਚਨ ਕਿਤੇ ਆ ਜਾਂਦਾ ਹੈ, ਤੁਸੀਂ 7.50 ਪੈਰਾ ਚੱਕ ਕੇ ਲਿਖ ਦੋਗੇ। ਭੂਮੀ ਜਿਹੜੀ ਪਾਣੀ ਦੀ ਮਦਦ ਤੋਂ ਬਿਨਾਂ ਕਾਸ਼ਤ ਹੁੰਦੀ ਹੈ। ਬਹੁਤ ਸਾਰੇ ਜ਼ਿਲ੍ਹੇ ਨੇ ਪਿੰਡਾਂ ਦੇ ਕਾਗਜ਼ਾਂ ਦੇ ਵਿੱਚ ਉਹ ਭੂਮੀਆਂ ਜਿਹੜੀਆਂ ਦਰਿਆਵਾਂ ਦੇ ਪਾਣੀ ਜਾਂ ਸੈਲਾਬ ਦੇ ਨਾਲ ਉਹਨਾਂ ਤੇ ਅਸਰ ਵੀ ਨਾ ਪੈਂਦਾ ਹੋਵੇ, ਇਹਨਾਂ ਨੂੰ ਬਰਾਨੀ ਕਿਸਮ ਦਰਜ ਕੀਤਾ ਜਾਂਦਾ ਹੈ। ਇਸ ਬਰਾਨੀ ਦੀ ਸੈਟਲਮੈਂਟ ਮੈਨੂਅਲ ਦੇ ਪੈਰਾ 261 265 ਦੇ ਵਿੱਚ ਬਰਾਨੀ ਨੂੰ ਸੈਟਲਮੈਂਟ ਦੇ ਅੱਗੇ ਅਗਾਂਹ ਵੰਡਿਆ ਗਿਆ ਹੈ। ਉਸ ਤੋਂ ਭਾਵ ਕੀ ਲਿਖਿਆ ਗਿਆ ਹੈ, ਬਰਾਨੀ ਅੱਵਲ, ਬਰਾਨੀ ਦੋਮ, ਬਰਾਨੀ ਸੋਮ। ਉਹ ਪਹਿਲੀ ਜਿਹੜੀ ਦੋਵੇਂ ਫਸਲਾਂ ਦਿੰਦੀ ਹੋਵੇ ਉਹਨੂੰ ਬਰਾਨੀ ਅੱਵਲ ਕਿਹਾ ਜਾਂਦਾ ਹੈ। ਉਹ ਪਹਿਲੀ ਜਿਹੜੀ ਇੱਕ ਮੇਜਰ ਫਸਲ ਦੇਵੇ ਤੇ ਦੂਜੀ ਕੋਈ ਛੋਟੀ ਜਿਹੀ ਫਸਲ ਦਿੰਦੀ ਹੋਵੇ ਉਹਨੂੰ ਬਰਾਨੀ ਦੋਮ ਕਿਹਾ ਜਾਂਦਾ ਹੈ। ਤੇ ਬਰਾਨੀ ਸੋਮ ਕਿਹੜੀ ਹੁੰਦੀ ਹੈ, ਉਹ ਪਹਿਲੀ ਜਿਹੜੀ ਕੇਵਲ ਇੱਕ ਫਸਲ ਸਾਲ 'ਚ ਦੇਵੇ ਉਹਨੂੰ ਬਰਾਨੀ ਸੋਮ ਕਿਹਾ ਜਾਂਦਾ। ਲੈਂਡ ਰਿਕਾਰਡ ਤੋਂ ਮੈਨੂੰ ਸਮਝ ਨਹੀਂ ਲੱਗਦੀ ਕਿਤੇ ਕਿਹੜੇ ਪਾਸੇ ਚੱਲ ਜਾਂਦੇ ਆ। ਤੁਸੀਂ ਪੜ੍ਹਿਆ ਹੋਵੇਗਾ ਆਪਣਾ ਸਟੈਂਡਿੰਗ ਆਰਡਰ ਨੰਬਰ 21 ਸ਼ਾਇਦ ਸੀਗਾ, ਜਿਹਦੇ ਵਿੱਚ ਲਿਖਿਆ ਸੀਗਾ ਰਮਿਸ਼ਨ ਸਸਪੈਂਸ਼ਨ ਆਫ ਦਾ ਲੈਂਡ ਰੈਵਨਿਊ। ਠੀਕ ਹੈ, ਉਹਦੇ ਪਿੱਛੇ ਤੁਸੀਂ ਪੜ੍ਹੇ ਸੀਗੇ ਕਲਰ ਥੋਰਸ ਸੇਮ ਦੇ ਰੂਲਸ ਪੜ੍ਹੇ ਸੀਗੇ। ਕਦੋਂ ਕੋਈ ਪਹਿਲੀ ਜਿਹੜੀ ਬੰਜਰ ਜ਼ਮੀਨ ਬਣ ਜਾਂਦੀ ਹੈ, ਕਦੋਂ ਬੰਜਰ ਜਦੀਦ ਬਣ ਜਾਂਦੀ ਹੈ। ਲਗਾਤਾਰ 4 ਫਸਲਾਂ ਖਾਲੀ ਰਹਿੰਦੀ ਹੈ, ਫਿਰ ਲਗਾਤਾਰ 4 ਫਸਲਾਂ ਖਾਲੀ ਰਹਿੰਦੀ ਹੈ। ਪਹਿਲਾਂ ਸੀ ਪਹਿਲਾਂ 7.56 15 ਜੂਨ ਤੋਂ ਪਹਿਲੇ ਮਨਜ਼ੂਰ ਹੋ ਚੁੱਕੇ ਇੰਤਕਾਲਾਂ ਦਾ ਅਮਲ ਜਮਾਂ ਚ ਹੁੰਦਾ ਸੀ, ਸ਼ਾਇਦ ਹੁਣ ਚੇਂਜ ਹੋ ਚੁੱਕੀ ਹੈ ਤੁਹਾਡੀ ਸਥਿਤੀ। ਹੁਣ ਤੁਸੀਂ ਨਵੀਂ ਦੇ ਅਕੋਰਡਿੰਗ ਦੇ ਲਿਓ, ਪਰ ਜਦੋਂ ਤੁਸੀਂ ਨਵਾਂ ਪਹਿਰਾ ਦਿਓਗੇ ਨਵੀਆਂ ਸੈਕਸ਼ਨ ਦੇ ਨਾਲ ਪੁਰਾਣੀਆਂ ਹਦਾਇਤਾਂ ਵੀ ਦੇ ਦੇਣੀ ਚਾਹੀਦੀਆਂ ਨੇ ਅਨਸਰ ਦੇ ਵਿੱਚ ਆਪਣੇ 'ਚ ਵੀ ਪੈਟ ਰੂਲ ਪਹਿਲਾਂ ਇਹ ਚੱਲਦਾ ਸੀ, ਪਰ ਹੁਣ ਸਰਕਾਰ ਨੇ ਇਹ ਕਰ ਦਿੱਤਾ ਹੈਗਾ। 7.59 ਕੀ ਹੈ, 15 ਜੂਨ ਤੋਂ ਪਹਿਲਾਂ ਦਰਜ ਹੋਏ ਇੰਤਕਾਲਾਂ ਦਾ ਫੈਸਲਾ ਕਰਨਾ। ਮਤਲਬ ਕੋਸ਼ਿਸ਼ ਇਹ ਹੁੰਦੀ ਹੈ ਵੀ ਜਦੋਂ ਜਮ੍ਹਾਂਬੰਦੀ ਬਣਨੀ ਹੈ, ਜਿਹੜੇ ਇੰਤਕਾਲਾਂ ਦਾ ਜਿਸ ਤਰੀਕ ਤੱਕ ਕੋਈ ਡੇਟ ਫਿਕਸ ਕਰਤੀ ਸੀ ਗਵਰਨਮੈਂਟ ਨੇ ਵੀ ਕਿਸ ਡੇਟ ਤੱਕ ਮਨਜ਼ੂਰ ਹੋਏ ਇੰਤਕਾਲਾਂ ਦਾ ਜਿਹੜਾ ਅਮਲ ਹੈ ਜਮ੍ਹਾਂਬੰਦੀ 'ਚ ਹੋਣਾ ਹੈ, ਇਹ ਕੋਸ਼ਿਸ਼ ਹੁੰਦੀ ਹੈ ਆਪਣੀ ਪਟਵਾਰੀ ਹਲਕਾ ਵੱਲੋਂ ਵੀ ਉਹ ਇੰਤਕਾਲ ਕੋਈ ਪੈਂਡਿੰਗ ਨਾ ਪਿਆ ਰਹੇ। ਉਹਨਾਂ ਦਾ ਜਿਹੜਾ ਫੈਸਲਾ ਹੈਗਾ ਜਿਹੜੇ ਉਸ ਡੇਟ ਤੋਂ ਪਹਿਲਾਂ ਇੰਤਕਾਲ, ਜਿਸ ਡੇਟ ਤੱਕ ਇੰਤਕਾਲਾਂ ਦਾ ਅਮਲ ਕਰਨਾ ਜਮ੍ਹਾਂਬੰਦੀ ਦੇ ਵਿੱਚ, ਉਸ ਡੇਟ ਤੋਂ ਪਹਿਲਾਂ ਜੇ ਕੋਈ ਦਰਜ ਇੰਤਕਾਲ ਪਏ ਨੇ ਤਾਂ ਉਹ ਚਾਹੇ ਮਨਜ਼ੂਰ ਚਾਹੇ ਨਾ ਮਨਜ਼ੂਰ ਜੋ ਵੀ ਹੈਗਾ ਉਹਨਾਂ ਨੂੰ ਡਿਸਾਈਡ ਕਰਵਾ ਲੈਣਾ ਚਾਹੀਦਾ ਹੁੰਦਾ ਹੈ। ਪੈਰਾ 7.60 ਦੇ ਵਿੱਚ ਕਿਹਾ ਹੈ ਜਮ੍ਹਾਂਬੰਦੀ ਦੀਆਂ ਕਿੰਨੀਆਂ ਪੜਤਾਂ ਹੁੰਦੀਆਂ ਨੇ। ਪਰ ਸਰਕਾਰ ਦੇ ਪਟਵਾਰ 2 ਹੀ ਪਰਤਾਂ ਹੁੰਦੀਆਂ ਨੇ। ਹੁਣ ਫਰਦ ਕੇਂਦਰ 'ਚ ਵੱਖਰੀ ਪਰਤ ਜਾਣ ਲੱਗੀ। ਫਿਰ 7.61 'ਚ ਜਮ੍ਹਾਂਬੰਦੀ ਤਹਿਸੀਲ ਕਦੋਂ ਦਾਖਲ ਹੁੰਦੀ ਹੈ, ਪਤਾ ਜੀ ਸਾਰਿਆਂ ਨੂੰ। ਰੂਟੀਨ ਜਮ੍ਹਾਂਬੰਦੀ ਦਾਖਲ ਕਰਾਉਂਦੇ ਹੋ। 7.62 ਦੇ ਵਿੱਚ ਰੈਵਨਿਊ ਆਫੀਸਰ ਨੇ ਕਿੰਨੀ ਪੜਤਾਲ ਕਰਨੀ ਹੁੰਦੀ ਹੈ, 25% ਖੇਵਟਾਂ ਦੀ ਜਿਹੜੀ ਪੜਤਾਲ ਹੈ ਰੈਵਨਿਊ ਆਫੀਸਰ ਨੇ ਕਰਨੀ ਹੁੰਦੀ ਹੈ। ਜਮ੍ਹਾਂਬੰਦੀ ਦੇ ਐਂਡ ਦੇ ਵਿੱਚ ਨਕਸ਼ੇ ਲੱਗਦੇ ਆ ਜੀ, ਆਖਰੀ ਤਸਦੀਕ ਜਮ੍ਹਾਂਬੰਦੀ ਦਾ ਜਿਹੜਾ ਖੇਵਟ ਜੋੜ ਕੁੱਲ ਦੇ ਲੱਗਦਾ ਹੈ। ਜਦੋਂ ਜਮ੍ਹਾਂਬੰਦੀ ਮੁਕੰਮਲ ਹੋ ਜਾਂਦੀ ਹੈ ਤਾਂ ਲਾਸਟ ਵਾਲਾ ਜਿਹੜਾ ਕਾਲਮ, ਲਾਸਟ ਵਾਲਾ ਜਿਹੜਾ ਹੈਗਾ ਪਿੰਡ ਦਾ ਕੁੱਲ ਜੋੜ ਲੱਗਦਾ ਹੈ। ਪਿੰਡ ਦੇ ਵਿੱਚ ਕੁੱਲ ਕਿੱਤੇ ਕਿੰਨੇ ਹੈਗੇ ਨੇ, ਕੁੱਲ ਕਿੰਨਾ ਰਕਬਾ ਹੈਗਾ, ਕਿੰਨਾ ਰਕਬਾ ਮਜਰੂ ਹੈ, ਕਿੰਨਾ ਗੈਰ ਮਜਰੂ ਹੈ, ਜਿਹੜਾ ਮਜਰੂ ਰਕਬਾ ਹੈ ਉਹਦੇ ਵਿੱਚ ਕਿੰਨਾ ਚਾਹੀ ਹੈ, ਕਿੰਨਾ ਨਹਿਰੀ ਹੈ, ਕਿੰਨਾ ਬਰਾਨੀ ਹੈ, ਜਾਂ ਕਿਹੜੀ ਕਿਸਮ ਦਾ ਰਕਬਾ ਹੈਗਾ, ਇਹ ਸਾਰਾ ਦਰਜ ਕੀਤਾ ਜਾਂਦਾ ਹੈ। ਠੀਕ ਹੈ, ਫਿਰ ਜਮ੍ਹਾਂਬੰਦੀ ਦੇ ਨਕਸ਼ੇ ਲੱਗਦੇ ਨੇ, ਪੈਨਸ਼ਨਾਂ ਦਾ ਨਕਸ਼ਾ ਲੱਗਦਾ ਹੈ, ਮਾਫੀ ਦਾ ਨਕਸ਼ਾ ਲੱਗਦਾ ਹੈ, ਫੀਲਡ ਬੁੱਕ ਵੀ ਲੱਗਦੀ ਹੈ, ਤਤੀਮੇ ਵੀ ਬਣਦੇ ਨੇ ਸਾਰੇ ਜਮ੍ਹਾਂਬੰਦੀ ਦੇ ਪਿਛਲੇ ਪਾਸੇ ਜਿਹਨੇ ਉਸ 5 ਸਾਲਾਂ ਦੇ ਦੌਰਾਨ
ਖੇਤਾਂ ਦੇ ਖੇਤ ਟੁੱਟੇ ਹੋਏ ਹੋਣ, ਧਤੀਵੇਂ ਬਣੇ ਹੋਣ, ਉਹ ਵੀ ਜਮ੍ਹਾਂਬੰਦੀ ਦੇ ਵਿੱਚ ਮਤਲਬ ਕਿ ਬਣਾ ਕੇ ਦਿਖਾਏ ਜਾਂਦੇ ਨੇ। ਉਹਨਾਂ ਦੀ ਫੀਲਡ ਬੁੱਕ ਵੀ ਬਣਾਈ ਜਾਂਦੀ ਹੈ। ਫਿਰ ਐਂਡ ਦੇ ਵਿੱਚ ਕੀ ਹੈਗਾ, ਆਖਰੀ ਤਸਦੀਕ ਲੱਗਦੀ ਹੈ। ਆਖਰੀ ਤਸਦੀਕ 'ਚ ਕੀ ਲਿਖਿਆ ਜਾਂਦਾ ਹੈ ਵੀ ਰੈਵਨਿਊ ਆਫੀਸਰ ਵੱਲੋਂ ਕਿਹੜੇ ਕਿਹੜੇ ਖਾਤਿਆਂ ਦੀ ਕਿੰਨੀ ਪੜਤਾਲ, ਕਿਹੜੇ ਕਿਹੜੇ ਖਾਤਿਆਂ ਨਾਲ, ਕਿਹੜੀ ਜਮ੍ਹਾਂਬੰਦੀ ਨਾਲ, ਜਮ੍ਹਾਂਬੰਦੀ ਪੁਰਾਣੀ ਜਮ੍ਹਾਂਬੰਦੀ ਨਾਲ ਮਿਲਾ ਕੇ ਕੀਤੀ ਹੈ, ਕਿੰਨੀਆਂ ਖੇਪਟਾਂ ਚੈੱਕ ਕੀਤੀਆਂ ਨੇ ਉਸਨੇ ਇੰਤਕਾਲਾਂ ਦੇ ਨਾਲ, ਕਿੰਨੀਆਂ ਖੇਪਟਾਂ ਚੈੱਕ ਕੀਤੀਆਂ ਨੇ ਗਰਦੌਰੀ ਦੇ ਨਾਲ। ਠੀਕ ਹੈ, ਇਹ ਸਾਰਾ ਵੇਰਵਾ ਦਰਜ ਕਰਤਾ ਜਾਂਦਾ ਹੈ ਤੇ ਫਿਰ ਰੈਵਨਿਊ ਆਫੀਸਰ ਵੱਲੋਂ ਜਿਹੜੀ ਹੈਗੀ ਹੈ ਉਹਦੇ ਤੇ ਸਾਈਨ ਕੀਤੇ ਜਾਂਦੇ ਆ ਤੇ ਜਮ੍ਹਾਂਬੰਦੀ ਤੁਹਾਡੀ ਫਾਈਨਲ ਹੋ ਜਾਂਦੀ ਹੈ। ਸੱਜਣਾ ਸਭ ਬਾਰੇ ਦੱਸਿਆ ਪੈਰਾ 7.66। ਸੱਜਣਾ ਸਭ ਮਾਲਕਾਨ ਸੱਜਣਾ ਸਭ ਕੀ ਹੁੰਦਾ ਹੈ, ਆਪਾਂ ਪਹਿਲਾਂ ਵੀ ਮੈਂ ਦੱਸ ਚੁੱਕਿਆ। ਸੱਜਣਾ ਸਭ ਜਿਹੜਾ ਹੁੰਦਾ ਕੁਰਸੀਨਾਮਾ ਹੁੰਦਾ ਮਾਲਕਾਂ ਦਾ, ਆਪਾਂ ਪਹਿਲਾਂ ਗੱਲ ਕੀਤੀ ਸੀਗੀ। ਸੱਜਣਾ ਸਭ ਜਿਹੜਾ ਬਣਾਇਆ ਜਾਂਦਾ ਹੈ, ਪਿੰਡ ਦੇ ਮਾਲਕ ਜਿਹੜੇ ਹੁੰਦੇ ਨੇ ਉਹਨਾਂ ਦਾ ਹੀ ਇੱਕ ਕੁਰਸੀਨਾਮਾ ਬਣਦਾ ਹੈ। ਉਹਨਾਂ ਦੇ ਬਜ਼ੁਰਗਾਂ ਤੋਂ ਲੈ ਕੇ ਪਹਿਲਾਂ ਇਹ ਕੌਮ ਵਾਈਜ਼ ਬਣਦਾ ਹੈ। ਇੱਕ ਕੌਮ ਦਰਜ ਕੀਤੀ ਜਾਂਦੀ ਹੈ, ਪਿੰਡ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਇੱਕ ਕੌਮ ਦਾ ਜਿਹੜਾ ਰਿਕਾਰਡ ਹੈਗਾ, ਉਹਨਾਂ ਦਾ ਵੇਰਵਾ ਹੈਗਾ, ਉਹਨਾਂ ਦੇ ਖਾਨਾਦਾਰਾਂ ਦਾ ਵੇਰਵਾ, ਕੌਣ ਕੌਣ ਮਾਲਕ ਨੇ, ਕਿਹੜੀ ਕਿਹੜੀ ਖੇਪਟ ਹੈ। ਪਹਿਲਾਂ ਇੱਕ ਕੌਮ ਦਰਜ ਕੀਤੀ ਜਾਂਦੀ ਹੈ, ਫਿਰ ਦੂਜੀ ਕੌਮ ਦਰਜ ਕੀਤੀ ਜਾਂਦੀ ਹੈ, ਫਿਰ ਤੀਜੀ ਕੌਮ ਦਰਜ ਕੀਤੀ ਜਾਂਦੀ ਹੈ। ਇੱਦਾਂ ਸਾਰੀਆਂ ਜਿਹੜੀਆਂ ਕੌਮਾਂ ਹੈਗੀਆਂ ਨੇ, ਜਿਹੜੀਆਂ ਜ਼ਮੀਨ ਦੇ ਵਿੱਚ ਮਾਲਕ ਹੁੰਦੀਆਂ ਨੇ, ਸਾਰੀਆਂ ਕੌਮਾਂ ਦਾ ਜਿਹੜਾ ਵੇਰਵਾ ਹੈਗਾ ਉਹ ਕੁਰਸੀਨਾਮੇ 'ਚ ਆ ਜਾਂਦਾ ਹੈ। ਇੱਕ ਕੌਮ ਜਦੋਂ ਆਪਾਂ ਦਰਜ ਕਰਦੇ ਹਾਂ, ਉਸ ਕੌਮ ਦੇ ਨਾਲ ਨਾਲ ਫਿਰ ਉਹਦੇ ਜਿਹੜੇ ਹੈਗੇ ਨੇ, ਪਹਿਲਾਂ ਇੱਕ ਗੋਤ ਚੱਕ ਲਿਆ ਜਾਂਦਾ ਹੈ। ਇੱਕ ਗੋਤ ਦੇ ਜਿੰਨੇ ਵੀ ਪਰਿਵਾਰ ਘਰ ਹੈਗੇ ਨੇ ਉਸ ਪਿੰਡ ਦੇ ਵਿੱਚ, ਸਾਰੇ ਘਰਾਂ ਦਾ ਵੇਰਵਾ ਦਰਜ ਕੀਤਾ ਜਾਂਦਾ ਹੈ। ਉਹਨਾਂ ਦੇ ਥੱਲੇ ਫਿਰ ਉਹ ਕਿਹੜੀਆਂ ਉਹਨਾਂ ਦੀਆਂ ਜਮ੍ਹਾਂਬੰਦੀ 'ਚ ਕਿਹੜੀਆਂ ਖੇਪਟਾਂ ਉਹਨਾਂ ਦੀਆਂ ਹੈਗੀਆਂ ਨੇ, ਉਹਨਾਂ ਖੇਪਟਾਂ ਦਾ ਜਿਹੜਾ ਹੈਗਾ ਖੇਪਟ ਨੰਬਰ ਦਰਜ ਕਰ ਦਿੱਤਾ ਜਾਂਦਾ ਹੈ। ਜਦੋਂ ਇੱਕ ਗੋਤ ਖਤਮ ਹੋ ਜਾਂਦਾ ਹੈ, ਫਿਰ ਦੂਜਾ ਗੋਤ ਸ਼ੁਰੂ ਹੋ ਜਾਂਦਾ ਹੈ। ਜਦੋਂ ਦੂਜਾ ਗੋਤ ਮਤਲਬ ਖਾਨਦਾਨ, ਇੱਕ ਗੋਤ ਦਰਜ ਕਰਨ ਵੇਲੇ ਫਿਰ ਖਾਨਦਾਨ ਦੇਖੇ ਜਾਂਦੇ ਨੇ। ਪਹਿਲਾਂ ਇੱਕ ਖਾਨਦਾਨ, ਫਿਰ ਦੂਜਾ ਖਾਨਦਾਨ, ਫਿਰ ਤੀਜਾ ਖਾਨਦਾਨ, ਫਿਰ ਚੌਥਾ ਖਾਨਦਾਨ। ਜਦੋਂ ਤੱਕ ਉਸ ਗੋਤ ਦੇ ਖਾਨਦਾਨ ਸਾਰੇ ਖਤਮ ਨਹੀਂ ਹੋ ਜਾਂਦੇ, ਦਰਜ ਨਹੀਂ ਹੋ ਜਾਂਦੇ ਕੁਰਸੀਨਾਮੇ ਦੇ ਵਿੱਚ। ਠੀਕ ਹੈ, ਫਿਰ ਜਦੋਂ ਉਹ ਸਾਰੇ ਦਰਜ ਹੋ ਜਾਂਦੇ ਨੇ, ਫਿਰ ਅਗਲਾ ਖਾਨਦਾਨ ਚੱਕ ਲਿਆ ਜਾਂਦਾ ਹੈ ਉਸੇ ਇੱਕ ਗੋਤ ਦਾ। ਠੀਕ ਹੈ, ਫਿਰ ਦੂਜਾ ਖਾਨਦਾਨ, ਤੀਜਾ ਖਾਨਦਾਨ, ਚੌਥਾ ਖਾਨਦਾਨ। ਜਦੋਂ ਇੱਕ ਗੋਤ ਸਾਰਾ ਦਰਜ ਹੋ ਜਾਵੇ ਤਾਂ ਫਿਰ ਅਗਲਾ ਗੋਤ ਲੈ ਲਿਆ ਜਾਂਦਾ ਹੈ। ਇਸ ਤਰੀਕੇ ਇਹ ਜਿਹੜਾ ਕੁਰਸੀਨਾਮਾ ਹੈ ਕੌਮ ਵਾਈਜ਼, ਫਿਰ ਗੋਤ ਵਾਈਜ਼, ਫਿਰ ਖਾਨਦਾਨ ਵਾਈਜ਼ ਜਿਹੜਾ ਬਣਾਇਆ ਜਾਂਦਾ ਹੈ। ਇਹਦੇ ਜਿਹੜੀਆਂ ਹੈਗੀਆਂ ਉੱਪਰ ਇਹਦੇ ਇੰਡੈਕਸ ਬਣ ਜਾਂਦਾ ਹੈ। ਜਿਹੜੀਆਂ ਕੁੜੀਆਂ ਹੁੰਦੀਆਂ ਨੇ, ਜਿਵੇਂ ਅਕਸਰ ਇੱਕ ਜਾਂ ਹੈਗਾ ਵੀ ਜਦੋਂ ਕਿਸੇ ਵਿਅਕਤੀ ਦੇ, ਕਿਸੇ ਮਾਲਕ ਦੇ ਪਿਓ ਜਾਂ ਦਾਦੇ ਦੇ ਨਾਂ ਤੇ ਕੋਈ ਰਕਬਾ ਹੋਵੇ, ਉਹਦੇ ਨਾਂ ਤੇ ਵੀ ਰਕਬਾ ਹੋਵੇ ਤਾਂ ਜਿਹੜਾ ਉਹਦਾ ਨਾਮ ਹੈਗਾ ਲਾਲ ਸ਼ੇਰ ਨਾਲ ਦਰਜ ਕੀਤਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਬੰਦੋਬਸਤੀ ਮਾਲਕ ਹੋਵੇ ਤਾਂ ਉਹਦਾ ਜਿਹੜਾ ਹੈਗਾ, ਉਹਦੇ ਜਿਹੜੀ ਕੁੜੀ ਹੈ ਉਹਦੇ ਚਾਰੇ ਪਾਸੇ ਜਿਹੜਾ ਹੈਗਾ ਹਰੇ ਰੰਗ ਦਾ ਘੇਰਾ ਦਰਜ ਕਰ ਦਿੱਤਾ ਜਾਂਦਾ ਹੈ। ਆਮ ਤੌਰ ਤੇ ਬੰਦੋਬਸਤ ਵੇਲੇ, ਹੁਣ ਜਿਵੇਂ ਆਪਾਂ ਦੇਖੀ ਬੰਦੋਬਸਤ ਦਾ ਜਿਹੜਾ ਮਾਲਕ ਹੈ ਇਸ ਵੇਲੇ, ਜੇ ਤੁਸੀਂ ਦੇਖੋਗੇ ਕੋਈ ਜਮ੍ਹਾਂਬੰਦੀ, ਤੁਹਾਨੂੰ ਕੋਈ ਬੰਦਾ ਨਹੀਂ ਲੱਭੇਗਾ ਵੀ ਜਿਹੜਾ ਬੰਦੋਬਸਤ 'ਚ ਵੀ ਮਾਲਕ ਹੋਵੇ ਤੇ ਅੱਜ ਵੀ ਮਾਲਕ ਹੋਵੇ। ਪਰ ਇੱਥੇ ਦਰਸਾਇਆ ਗਿਆ ਹੈ ਵੀ ਜੇਕਰ ਬੰਦੋਬਸਤ ਵਾਲਾ ਕੋਈ ਮਾਲਕ ਅੱਜ ਵੀ ਕਾਇਮ ਹੈਗਾ ਤਾਂ ਉਹਦੇ ਚਾਰੇ ਪਾਸੇ ਕੁੜੀ ਦੇ ਹਰੇ ਰੰਗ ਦੀ ਜਿਹੜੀ ਹੈਗੀ ਹੈ ਲਾਈਨ ਮਾਰੀ ਜਾਂਦੀ ਹੈ ਕੁੜੀ ਦੇ ਆਲੇ ਦੁਆਲੇ। ਜੇ ਕੋਈ ਵਿਅਕਤੀ ਲਾਬਲਦ ਮਰ ਜਾਵੇ, ਲਾਬਲਦ ਹੋਵੇ, ਉਹਦੇ ਕੋਈ ਔਲਾਦ ਹੀ ਨਾ ਹੋਵੇ, ਠੀਕ ਹੈ, ਤਾਂ ਉਹਦੇ ਚਾਰੇ ਖਾਨੇ ਜਿਹੜੇ ਹੈਗੇ ਨੇ, ਕੁੜੀ ਦੇ ਚਾਰੇ ਖਾਨਿਆਂ ਨੂੰ ਕ੍ਰਾਸ ਕਰ ਦਿੱਤਾ ਜਾਂਦਾ ਹੈ ਚਾਰੇ ਪਾਸੇ। ਗੈਰ ਕਾਬਜ਼, ਜੇ ਕੋਈ ਮਾਲਕ ਹੋਵੇ ਪਰ ਉਹ ਜ਼ਮੀਨ ਤੇ ਕਾਬਜ਼ ਨਾ ਹੋਵੇ, ਕਿਤੇ ਹੋਰ ਪਿੰਡ 'ਚ ਰਹਿੰਦਾ ਹੋਵੇ, ਤਾਂ ਜਿਵੇਂ ਆਪਾਂ ਕੱਲ ਮੈਥ ਕੀਤਾ ਸੀ, ਠੀਕ ਹੈ, ਉਹਦੇ ਮੁਤਾਬਕ ਜਿਵੇਂ
ਕੁਰੀ ਦੇ ਵਿੱਚ ਦੋ ਰਸਤੇ ਕ੍ਰਾਸ ਕਰਦੇ ਹੋਣ, ਦੋ ਸੜਕਾਂ ਕ੍ਰਾਸ ਕਰਦੀਆਂ ਹੋਣ, ਆਪਾਂ ਦਿਖਾਇਆ ਸੀ ਕੱਲ੍ਹ ਬਣਾ ਕੇ ਤੁਹਾਨੂੰ, ਠੀਕ ਹੈ। ਇੱਦਾਂ ਦਾ ਨਿਸ਼ਾਨ ਬਣਾ ਦਿੱਤਾ ਜਾਂਦਾ ਉਹਦੀ ਕੁਰੀ ਦੇ ਵਿੱਚ, ਸੈਂਟਰ ਦੇ ਵਿੱਚੋਂ ਇੱਕ ਰਸਤਾ ਦਿਖਾਇਆ ਜਾਂਦਾ ਉੱਪਰੋਂ ਵੀ ਤੇ ਥੱਲੋਂ ਵੀ, ਜੇ ਕੋਈ ਜ਼ਮੀਨ ਗੈਰ ਕਾਬਜ਼ ਹੋਵੇ, ਕੋਈ ਵਿਅਕਤੀ ਉਹਦੀ ਜ਼ਮੀਨ ਕੋਈ ਹੋਰ ਕਾਸ਼ਤ ਕਰਦਾ ਹੋਵੇ। ਇਸਤਰੀ ਦੀ ਨਿਸ਼ਾਨੀ ਦਿਖਾਈ ਜਾਂਦੀ ਹੈ, ਠੀਕ ਹੈ। ਲੜਕੀ ਦੀ ਨਿਸ਼ਾਨੀ ਵੀ ਦਿਖਾਈ ਜਾਂਦੀ ਹੈ। ਨੰਬਰਦਾਰ ਦਾ ਜਿਹੜਾ ਰੰਗ ਹੈਗਾ, ਨੰਬਰਦਾਰ ਜੀ ਦੀ ਨਿਸ਼ਾਨੀ ਹੈਗੀ ਆ, ਲਾਲ ਰੰਗ ਦਾ ਘੇਰਾ ਬਣਾਇਆ ਜਾਂਦਾ ਉਹਦੇ ਚਾਰੇ ਪਾਸੇ ਕੁਰੀ ਦੇ। ਜੇ ਕੋਈ ਵਿਅਕਤੀ ਜਿਹੜਾ ਆ ਦੇਖੋ ਇਹ ਨਿਸ਼ਾਨੀਆਂ ਦਿਖਾਈਆਂ ਗਈਆਂ ਨੇ ਇਸ ਬੁੱਕ ਦੇ ਵਿੱਚ। ਇਹ ਗ੍ਰੀਨ ਬੁੱਕ ਨਹੀਂ ਹਾਂਜੀ, ਠੀਕ ਹੈ। ਇਹ ਗ੍ਰੀਨ ਬੁੱਕ ਦੇ ਵਿੱਚ ਹੈਗੀਆਂ, ਡਿਟੇਲ ਤੁਸੀਂ ਪੜ੍ਹ ਸਕਦੇ ਹੋ, ਦੇਖ ਲਿਓ ਕਿਸੇ ਵੇਲੇ। ਅੱਗੇ ਆ ਜਾਂਦਾ ਜੀ ਚੈਪਟਰ ਨੰਬਰ 9 ਆ ਜਾਂਦਾ ਹੈ, ਫਸਲਾਂ ਦਾ ਮੁਆਇਨਾ ਗਿਰਦਾਵਰੀ। ਪਹਿਲਾ 9.1 ਜੀ ਸਾਉਣ ਦੀ ਗਿਰਦਾਵਰੀ ਹੈ ਜੀ, 1 ਅਕਤੂਬਰ ਤੋਂ ਸਟਾਰਟ ਹੁੰਦੀ ਹੈ, ਠੀਕ ਹੈ। 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ। ਜਿਹੜੀ ਹੜ੍ਹ ਦੀ ਗਿਰਦਾਵਰੀ ਹੁੰਦੀ ਹੈ 1 ਅਪ੍ਰੈਲ ਤੋਂ ਲੈ ਕੇ 1 ਮਾਰਚ ਤੋਂ 31 ਮਾਰਚ ਤੱਕ ਹੁੰਦੀ ਹੈ। ਤੇ ਇਸੇ ਦਿਨ 15 ਦਿਨਾਂ ਬਾਅਦ ਜਿਹੜੀ ਗਿਰਦਾਵਰੀ ਹੁੰਦੀ ਹੈ, ਜ਼ਾਇਦ ਖਰੀਫ ਤੇ ਜ਼ਾਇਦ ਰੱਬੀ ਸਟਾਰਟ ਹੁੰਦੀ ਹੈ। ਹੁਣ ਸ਼ਾਇਦ ਕੁਝ ਅਮੈਂਡਮੈਂਟਸ ਹੈਗੀਆਂ ਇਹਦੇ ਵਿੱਚ, ਉਹ ਤੁਸੀਂ ਦੇਖ ਲੈਣਾ ਜੀ ਪਲੀਜ਼। ਇਹ ਗਰਦੌਰੀ ਵੇਲੇ ਕੁਝ ਦੱਸਿਆ ਗਿਆ ਹੈ। ਸਰਵੇਖਣ ਨੰਬਰ ਕਿਤੇ ਆ ਜਾਂਦਾ, ਤੁਹਾਨੂੰ ਪੁੱਛ ਲਿਆ ਕੋਈ ਸਰਵੇਖਣ ਨੰਬਰ ਕੀ ਹੁੰਦਾ ਹੈ। ਸਰਵੇਖਣ ਨੰਬਰ ਦਾ ਅਰਥ ਪਿੰਡ ਦੇ ਕਿਸੇ ਨਕਸ਼ੇ ਦੇ ਵਿੱਚ ਖੇਤ ਨੂੰ ਕਿਹਾ ਦਿੱਤਾ ਗਿਆ, ਜਿਵੇਂ ਕਿ ਖਸਾ ਨੰਬਰ ਨੂੰ ਹੀ ਅਸੀਂ ਸਰਵੇਖਣ ਨੰਬਰ ਕਹਿ ਦਿੰਦੇ ਹਾਂ। ਖੇਵਟ ਨੰਬਰ ਜਮ੍ਹਾਂਬੰਦੀ ਦਾ ਖਾਨਾ ਜਿਹੜਾ ਪਹਿਲਾ ਹੁੰਦਾ ਹੈ, ਉਹਦੇ ਵਿੱਚ ਖੇਵਟ ਨੰਬਰ ਦਰਜ ਹੁੰਦੀ ਹੈ। ਦੂਜੇ ਜਿਹੜਾ ਹੈਗਾ ਅਗਲਾ ਖਤੌਨੀ ਨੰਬਰ, ਖਤੌਨੀ ਨੰਬਰ ਖਾਨਾ ਨੰਬਰ ਉਹ ਹੁੰਦਾ ਹੈ ਜਿੱਥੋਂ ਤੁਸੀਂ ਕਿਸੇ ਵਿਅਕਤੀ ਕਿਹੜੀ ਖੇਵਟ ਨੂੰ, ਮੰਨ ਲਓ ਇੱਕ ਖੇਵਟ ਹੈਗੀ ਹੈ, ਉਹਦੇ 'ਚ 4 ਭਾਈਵਾਲ ਹੈਗੇ ਨੇ, ਠੀਕ ਹੈ। ਖੇਵਟ ਨੰਬਰ 1 ਹੋਏਗੀ ਉਹਦੀ, ਜਿਵੇਂ ਖੇਵਟ ਨੰਬਰ 16 ਮੰਨ ਲਓ। ਚਾਰ ਭਾਈਵਾਲ ਅਲੱਗ-ਅਲੱਗ ਬਣਦੇ ਨੇ, ਜ਼ਮੀਨ ਨੂੰ ਵਾਹ ਰਹੇ ਹੈਗੇ ਆ, ਉਹਨਾਂ ਦੀ ਫਿਰ ਅਲੱਗ-ਅਲੱਗ ਖਤੌਨੀਆਂ ਹੋਣਗੀਆਂ। ਮੰਨ ਲਓ ਇੱਕ ਦੀ ਖਤੌਨੀ 38 ਨੰਬਰ ਹੈ, ਦੂਜੀ ਦੀ 39 ਹੈ, ਤੀਜੀ ਦੀ 40 ਹੈ, 41 ਨੰਬਰ ਹੈ। ਇੱਦਾਂ ਉਹਦੀਆਂ 4 ਖਤੌਨੀਆਂ ਵੱਖਰੀਆਂ ਬਣ ਜਾਂਦੀਆਂ, ਅੰਦਰ ਜਾ ਕੇ ਅਗਲਾ ਕਾਲਮ ਬਣ ਜਾਂਦਾ ਹੈ। ਜਿਵੇਂ ਕਿ ਖੇਵਟ ਦਾ ਨੰਬਰ 1 ਹੁੰਦਾ ਹੈ ਤੇ ਖਤੌਨੀ ਦਾ ਨੰਬਰ 2 ਹੁੰਦਾ ਹੈ ਜਮ੍ਹਾਂਬੰਦੀ ਦੇ ਵਿੱਚ। ਇਹ ਅਕਸਰ ਤੁਹਾਨੂੰ ਪੁੱਛਦੇ ਰਹਿੰਦੇ ਆ ਕਈ ਬੈਂਕਾਂ ਵਾਲੇ ਵੀ, ਹੋਰ ਵੀ, ਖੇਵਟ ਨੰਬਰ ਕੀ ਹੈ ਜੀ, ਖਤੌਨੀ ਨੰਬਰ ਕੀ ਹੈ ਜੀ, ਕੀ ਇਹ ਖੇਵਟ ਨੰਬਰ ਖਤੌਨੀ ਨੰਬਰ ਬਦਲਦੇ ਰਹਿੰਦੇ ਨੇ, ਠੀਕ ਹੈ। ਹਾਂ, ਇਹ ਰੂਟੀਨ 'ਚ ਤਾਂ ਨਹੀਂ ਬਦਲਦੇ, ਪਰ ਜਦੋਂ ਜਮ੍ਹਾਂਬੰਦੀ ਨਵੀਂ ਬਣਦੀ ਹੈ ਉਦੋਂ ਇਹ ਖੇਵਟ ਨੰਬਰ ਤੇ ਖਤੌਨੀ ਨੰਬਰ ਬਦਲ ਸਕਦੇ ਹੁੰਦੇ ਆ। ਇਹ ਕੁਐਸਚਨ ਆਮ ਤੌਰ ਤੇ ਅਕਸਰ ਤੁਹਾਨੂੰ ਪੁੱਛਦੇ ਰਹਿੰਦੇ ਨੇ, ਜਿਹਨਾਂ ਬੈਂਕਾਂ ਨੇ ਲੋਨ ਕਰਨਾ ਹੁੰਦਾ ਹੈ, ਅੱਗੇ ਜਾ ਕੇ ਖੇਵਟ ਚੇਂਜ ਹੋ ਜਾਂਦੀ ਹੈ, ਫਿਰ ਉਹਨੂੰ ਕਨਫਿਊਜ਼ ਹੁੰਦੇ ਨੇ ਵੀ ਇਹ ਕੀ ਗੱਲ, ਖੇਵਟ ਪਹਿਲਾਂ ਕੋਈ ਹੋਰ ਸੀ, ਹੁਣ ਖੇਵਟ ਹੋਰ ਆ ਗਈ। ਇਹਦੇ ਕੁਐਸਚਨ ਤੁਹਾਨੂੰ ਆ ਸਕਦਾ ਹੈ, ਖਾਲੀ ਜ਼ਮੀਨ ਦਾ ਅਰਥ ਉਹ ਜ਼ਮੀਨ ਹੈ ਜੋ ਕੇਵਲ ਸਾਲ ਦੌਰਾਨ ਬੰਜਰ ਛੱਡੀ ਗਈ ਹੋਵੇ। ਬੰਜਰ ਜਦੀਦ ਕਿਹੜੀ ਜ਼ਮੀਨ ਹੁੰਦੀ ਹੈ ਤੇ ਬੰਜਰ ਕਦੀਮ ਕਿਹੜੀ ਹੁੰਦੀ ਹੈ? ਬੰਜਰ ਜਦੀਦ ਉਹ ਜ਼ਮੀਨ ਹੁੰਦੀ ਹੈ ਜਿਹੜੀ ਕਾਸ਼ਤ ਦੇ ਲਈ ਹੋਵੇ, ਪਰ ਉਸ ਨੂੰ ਆਰਜੀ ਤੌਰ ਤੇ 1 ਸਾਲ ਤੋਂ ਵੱਧ ਸਮੇਂ ਤੋਂ, ਪਰ 5 ਸਾਲ ਤੋਂ ਘੱਟ ਅਰਸੇ ਤੋਂ ਅਧੀਨ ਖਾਲੀ ਕਾਸ਼ਤ ਨਾ ਕੀਤਾ ਗਿਆ ਹੋਵੇ। ਬੰਜਰ ਕਦੀਮ ਉਹ ਹੁੰਦੀ ਹੈ, ਬੰਜਰ ਕਦੀਮ ਦਾ ਅਰਥ ਉਹ ਸਾਰੀ ਜ਼ਮੀਨ ਹੈ ਜੋ ਕਾਸ਼ਤ ਹੋਵੇ, ਭਾਵੇਂ ਇਸੇ ਕਾਰਨ ਕਰਕੇ 5 ਸਾਲ ਤੋਂ ਵੱਧ ਸਮੇਂ ਤੋਂ ਨਾ ਤਾਂ ਉਸ ਨੂੰ ਕਾਸ਼ਤ ਲਿਆ ਗਿਆ ਹੋਵੇ ਅਤੇ ਨਾ ਹੀ ਕਾਸ਼ਤ ਲਈ ਛੱਡਿਆ ਗਿਆ ਹੋਵੇ।
ਸਰ 4 ਫਸਲ ਤੋਂ ਫਿਰ ਕੀ ਭਾਵ ਹੋਇਆ ਕਿ ਬੰਜਰ ਜਦੀਦ ਜਿਹੜੀ ਹੈਗੀ ਹੈ 4 ਫਸਲ ਤੋਂ ਬਾਅਦ ਬੰਜਰ ਜਦੀਦ ਬਣਦੀ ਹੈ। ਅੱਗੇ ਜੇ ਲਗਾਤਾਰ ਅਗਲੀ 4 ਫਸਲਾਂ ਨਹੀਂ ਬੀਜੀਆਂ ਤਾਂ ਬੰਜਰ ਕਦੀਮ ਹੋਗੀ। 8ਵੇਂ ਫਸਲ ਤੇ ਬਣਦੀ ਹੈ। 8ਵੇਂ ਫਸਲ ਤੇ ਜੀ। ਹਾਂ, ਫਿਰ ਲਗਾਤਾਰ 1 ਸਾਲ ਤੋਂ ਬਾਅਦ ਜਿਹੜੀ ਬੰਜਰ ਕਦੀਮ ਕਿੱਦਾਂ ਹੋਏਗੀ, ਬੰਜਰ ਜਦੀਦ ਦੀ ਕਿੱਦਾਂ ਹੋ ਜਾਏਗੀ 1 ਸਾਲ ਤੋਂ ਬਾਅਦ? ਬੰਜਰ ਜਦੀਦ ਪਹਿਲਾਂ ਬਣਦੀ ਹੈ, ਫਿਰ ਬੰਜਰ ਕਦੀਮ ਬਣਦੀ ਹੈ ਜੀ। ਠੀਕ ਹੈ ਨਾ। ਬੰਜਰ ਜਦੀਦ ਲਗਾਤਾਰ 4 ਫਸਲ ਤੋਂ ਬਾਅਦ ਬੰਜਰ ਜਦੀਦ ਹੁੰਦੀ ਹੈ। ਲਗਾਤਾਰ 4 ਫਸਲਾਂ ਨਹੀਂ ਬੀਜੀਆਂ ਤਾਂ ਬੰਜਰ ਜਦੀਦ ਹੋ ਜਾਂਦੀ ਹੈ। ਚੌਥੀ ਫਸਲ ਤੇ ਜਾ ਕੇ ਬੰਜਰ ਜਦੀਦ ਬਣ ਜਾਂਦੀ ਹੈ ਜੀ। ਜਾਂ ਫਿਰ 8ਵੀਂ ਤੇ ਬਣਦੀ ਹੈ। 1 ਸਾਲ ਤੋਂ ਬਾਅਦ ਕਿਸ ਤਰ੍ਹਾਂ ਬਣੇਗੀ? 1 ਸਾਲ ਤੋਂ ਬਾਅਦ ਨਹੀਂ ਬਣਦੀ, ਪਰ ਜੇ ਕਹਿੰਦੇ ਵੀ ਜੇ 1 ਸਾਲ ਤੱਕ ਖਾਲੀ ਰਹੇ, 1 ਸਾਲ ਤੱਕ ਜੇ ਖਾਲੀ ਰਹੇ ਤਾਂ ਉਹਨੂੰ ਬੰਜਰ ਜਦੀਦ ਨਹੀਂ ਕਹਿ ਸਕਦੇ। 1 ਸਾਲ ਤੋਂ ਵੱਧ ਕਹਿ ਰਹੇ ਹੈ, ਵੱਧ ਸਮੇਂ ਤੋਂ। ਵੱਧ ਤੋਂ ਮਤਲਬ 3 ਫਸਲ? 1 ਮਿੰਟ ਠਹਿਰੋ ਤੁਸੀਂ, ਮੈਂ ਥੋੜਾ ਕਨਫਿਊਜ਼ ਹੋ ਗਿਆ ਇਹਦੇ ਵਿੱਚ। 3 ਫਸਲਾਂ ਤਾਂ ਖਾਲੀ ਲਿਖੀ ਜਾਣੀ, ਚੌਥੀ ਤੇ ਜਾ ਕੇ ਬੰਜਰ ਜਦੀਦ ਲਿਖਣੀ ਹੈ। ਤਾਂ ਫਿਰ ਅਗਲੀਆਂ ਬੰਜਰ ਜਦੀਦ ਲਿਖੀ ਜਾਣੀਆਂ 7 ਤੱਕ। ਉਹ ਕਲਟੀਵੇਸ਼ਨ ਦੀ ਗੱਲ ਕੀਤੀ ਹੈ ਉਹਨਾਂ ਨੇ, ਜਿਹੜਾ ਇੱਥੇ ਲਿਖਿਆ ਉਹ ਕਲਟੀਵੇਸ਼ਨ ਦੀ ਗੱਲ ਹੈ ਜੀ। ਇਹ ਮਾੜਾ ਜਿਹਾ ਦੇਖ ਲਓ ਆਪ। ਇਹ ਕਿਤੇ ਆਪ ਹੀ ਕੰਟਰਾਡਿਕਟ ਕਰ ਜਾਂਦੇ ਨੇ, ਕਿਤੇ ਕੁਝ ਲਿਖ ਦਿੰਦੇ ਨੇ, ਕਿਤੇ ਕੁਝ ਲਿਖ ਦਿੰਦੇ ਆ। ਦੇਖੋ ਤੁਹਾਡੇ ਕੋਲੇ ਰੂਲ ਹੈ ਇੱਕ, ਰੂਲ ਕਲਰ ਥੋਰ ਸੇਮ। ਇਹ ਹੈਗਾ ਸਟੈਂਡਿੰਗ ਆਰਡਰ ਨੰਬਰ 30। ਠੀਕ ਹੈ ਜੀ। ਸਟੈਂਡਿੰਗ ਆਰਡਰ ਨੰਬਰ 30 ਦੇ ਵਿੱਚ ਹੈਗੇ ਹੈ ਸਸਪੈਂਸ਼ਨ ਮਿਸ਼ਨ ਦੇ ਬਾਰੇ ਗੱਲ ਕੀਤੀ ਗਈ ਹੈ। ਇਹਦਾ ਜਿਹੜਾ ਰੂਲ ਹੈਗਾ ਜਿਹਦੇ ਵਿੱਚ ਡੈਫੀਨੇਸ਼ਨ ਦਿੱਤੀ ਗਈ ਹੈ ਵੀ ਬੰਜਰ ਜਦੀਦ ਕਦੋਂ ਬਣਦੀ ਹੈ ਤੇ ਬੰਜਰ ਕਦੀਮ ਕਦੋਂ ਬਣਦੀ ਹੈ। Where an entry is made for a particular field or a part thereof required by Rule 3 successively for 3 harvests, and a similar entry has to be made in the 4th harvest, ਬੰਜਰ ਜਦੀਦ। 3 ਸਾਲ 3 ਫਸਲਾਂ ਲਗਾਤਾਰ ਜਦੋਂ ਖਾਲੀ ਰਹਿੰਦੀ ਹੈ, ਜਦੋਂ ਚੌਥੀ ਫਸਲ ਆਉਂਦੀ ਹੈ ਤਾਂ ਉਸ ਨੂੰ ਅਸੀਂ ਬੰਜਰ ਜਦੀਦ ਲਿਖ ਦਿੰਦੇ ਹਾਂ। ਰੈਗੂਲਰ 3 ਫਸਲਾਂ ਖਾਲੀ ਰਹੇ, 4th ਫਸਲ ਤੇ ਆ ਕੇ ਉਹ ਬੰਜਰ ਜਦੀਦ ਬਣਦੀ ਹੈ। ਹੁਣ ਕਿਤੇ ਕਿਤੇ ਇਸ ਨੇ ਪਤਾ ਕੀ ਹੈ ਜੀ, ਸਟੈਂਡਿੰਗ ਆਰਡਰ 30, ਸਟੈਂਡਿੰਗ ਆਰਡਰ 30 ਹੈ। ਹੁਣ ਕਿਤਾਬਾਂ 'ਚ ਕਿਤੇ ਕੁਝ ਲਿਖ ਦਿੰਦੇ, ਕਿਤੇ ਕੁਝ ਲਿਖਦਾ, ਕਈਆਂ ਨੂੰ ਸਮਝ ਨਹੀਂ ਆਉਂਦੀ। ਪੰਜਾਬੀਆਂ ਕਿਤਾਬਾਂ 'ਚ ਕੁਝ ਹੋਰ ਲਿਖਿਆ ਹੈ, ਕਿਤੇ ਹੋਰ ਲਿਖਿਆ, ਪਰ ਦਿਸ ਇਜ਼ ਏ ਪਾਰਟਿਕੂਲਰ। ਠੀਕ ਹੈ, ਇਹ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ ਰੂਲ ਤੋਂ। ਇਹ ਰੂਲ ਹੈਗਾ ਸਸਪੈਂਸ਼ਨ ਐਂਡ ਰਿਮਿਸ਼ਨ ਰੂਲਸ ਕਲਰ ਥੋਰ ਸੇਮ। ਇਹ ਜਿਹੜੇ ਰੂਲ ਹੈਗੇ ਆ ਇਹਦੇ 'ਚ ਕਲੀਅਰ ਕੀਤਾ ਗਿਆ ਹੈ ਵੀ ਜੋ ਲਗਾਤਾਰ 3 ਫਸਲਾਂ ਖਾਲੀ ਰਹੇ, 4th ਫਸਲ ਤੇ ਆ ਕੇ ਤੁਸੀਂ ਉਸ ਨੂੰ ਬੰਜਰ ਜਦੀਦ ਲਿਖ ਦੋਗੇ। then he shall be substituted for ਖਾਲੀ in the 4th harvest if the entry persists further for 4 succeeding harvests, it shall be changed into ਬੰਜਰ ਕਦੀਮ। ਜਦੋਂ ਬੰਜਰ ਜਦੀਦ ਦੀ ਐਂਟਰੀ ਲਗਾਤਾਰ ਚੱਲਦੀ ਰਹੇ, 3 ਫਸਲਾਂ ਤੱਕ ਚੱਲਦੀ ਰਹੇ ਬੰਜਰ ਜਦੀਦ ਦੀ ਐਂਟਰੀ, ਚੌਥੀ ਫਸਲ ਤੇ ਆ ਕੇ ਫਿਰ ਉਹ ਬੰਜਰ ਕਦੀਮ ਬਣ ਜਾਂਦੀ ਹੈ। ਠੀਕ ਹੈ ਜੀ, ਕਲੀਅਰ ਹੈ ਕਿ ਨਹੀਂ? 3 ਫਸਲਾਂ ਲਗਾਤਾਰ ਖਾਲੀ ਰਹੇ, ਚੌਥੀ ਫਸਲ ਤੇ ਆ ਕੇ ਉਹ ਬਣ ਜਾਂਦੀ ਹੈ ਬੰਜਰ ਜਦੀਦ। ਫਿਰ 3 ਫਸਲਾਂ ਲਗਾਤਾਰ ਬੰਜਰ ਜਦੀਦ ਚੱਲਦੀ ਰਹੇ, ਚੌਥੀ ਫਸਲ ਤੇ ਆ ਕੇ ਫਿਰ ਬਣ ਜਾਂਦੇ ਉਹ ਬੰਜਰ ਕਦੀਮ। ਮਤਲਬ ਇਹ ਕਹਿ ਲਓ ਤੁਸੀਂ ਵੀ 8ਵੀਂ ਫਸਲ ਤੇ ਆ ਕੇ ਬੰਜਰ ਕਦੀਮ ਬਣ ਜਾਂਦੀ ਹੈ ਕੋਈ ਵੀ ਫਸਲ ਜਿਹੜੀ ਖੇਤ ਹੁੰਦਾ। ਠੀਕ ਹੈ ਜੀ।
ਇਹ ਜ਼ਮੀਨ ਦੇ ਵਿੱਚ ਪਲਾਟ ਕੱਟੇ ਜਾਂਦੇ ਆ ਜੀ। ਉਹ ਯਾਰ ਪਲਾਟਾਂ ਦਾ ਇਹਦਾ ਕੀ ਲਿੰਕ ਰਹੇਗਾ? ਇਹ ਬੰਜਰ ਦੀ ਤੇ ਸਰ ਉਹ ਤਾਂ ਗੈਰ ਮੁਮਕਿਨ ਹੁੰਦੀ ਹੈ, ਉਹ ਤਾਂ ਚਾਹੀ ਤੋਂ ਫਿਰ ਗੈਰੋਂ ਕੋਲ ਪਲਾਟ ਲਿਖਿਆ ਉਹ ਤਾਂ ਜਾਊਗਾ। ਗੈਰ ਮੁਮਕਿਨ ਹੋ ਗਈ ਨਾ ਜੀ। ਉਹ ਇਹ ਤਾਂ ਜਮਾ ਦੇਖੋ, ਗੱਲ ਸੁਣੋ, ਮੰਨ ਲਓ ਕਿਸੇ ਪਾਰਟੀ ਦਾ ਡਿਸਪਿਊਟ ਪੈ ਗਿਆ, ਠੀਕ ਹੈ, ਕਿਸੇ ਪਾਰਟੀ ਦਾ ਹਾਂਜੀ। ਡਿਸਪਿਊਟ ਪੈ ਗਿਆ, ਨਾ ਪਾਰਟੀ ਦੇ 115 ਹੀ ਲੱਗ ਗਈ, 146 ਲੱਗ ਗਈ, ਨਾ ਪਾਰਟੀ ਦਾ ਕਬਜ਼ਾ ਕਿਸੇ ਨੇ ਲਿਆ, ਨਾ ਉਹਨੇ ਲਿਆ, ਨਾ ਉਹਨੇ ਲਿਆ। ਉਹਨੂੰ ਲੱਗਦਾ ਵੀ ਮੈਂ ਫਸਲ ਬੀਜਾਂਗਾ ਤਾਂ ਦੂਜੇ ਪਾਸੇ ਗੋਲੀ ਚੱਲੇਗੀ, ਉਹਨੂੰ ਲੱਗਦਾ ਵੀ ਉਹ ਫਸਲ ਬੀਜੇਗਾ ਤਾਂ ਉਧਰੋਂ ਗੋਲੀ ਚੱਲੇਗੀ, ਲੜਾਈ ਝਗੜਾ ਪੈ ਗਿਆ, ਜਾਂ ਕੋਰਟ ਨੇ ਸਟੇਟਸ ਉਹ ਕਰਤੀ ਵੀ ਕੁਛ ਨਹੀਂ ਕੋਈ ਛੇੜੇਗਾ ਇਸ ਨੂੰ, ਪਈ ਰਹਿਣ ਦਿਓ ਖਾਲੀ, ਠੀਕ ਹੈ। ਜਾਂ ਫਿਰ ਕੋਈ ਐਸੀ ਜ਼ਮੀਨ ਜਿਹੜੀ ਵਾਹੀਯੋਗ ਹੋਵੇ ਹੀ ਨਾ, ਜਿਹਨੂੰ ਵਾਹ ਨਾ ਸਕੀਏ, ਕਿਸੇ ਵੇਲੇ ਉਹ ਵਹਿੰਦੀ ਸੀਗੀ, ਅਚਾਨਕ ਕੋਈ ਐਸੀ ਗੱਲ ਹੋਈ ਵੀ ਉੱਥੇ ਕੋਈ ਨਾ ਕੋਈ ਉਹ ਜ਼ਮੀਨ ਖਾਲੀ ਰਹਿਣ ਲੱਗ ਗਈ ਡਿਸਪਿਊਟ ਦੇ ਕਾਰਨ, ਜਾਂ ਕੋਈ ਹੋਰ ਰੀਜ਼ਨ ਹੋ ਸਕਦਾ ਹੈ, ਠੀਕ ਹੈ, ਲਗਾਤਾਰ ਖਾਲੀ ਰਹਿਣ ਲੱਗ ਗਈ। ਪਹਿਲਾਂ ਵਾਹੀਯੋਗ ਸੀਗੀ, 3 ਫਸਲਾਂ ਲਗਾਤਾਰ ਖਾਲੀ ਰਹੇਗੀ, ਚੌਥੀ ਫਸਲ ਤੇ ਉਹਨੂੰ ਅਸੀਂ ਲਿਖ ਦਾਂਗੇ ਬੰਜਰ ਜਦੀਦ। ਫਿਰ 3 ਵਾਰੀ ਲਗਾਤਾਰ ਬੰਜਰ ਜਦੀਦ ਲਿਖਿਆ ਗਿਆ ਤਾਂ ਚੌਥੀ ਫਸਲ ਦੇ ਆ ਕੇ ਫਿਰ ਅਸੀਂ ਲਿਖ ਦਾਂਗੇ ਇਸਨੂੰ ਬੰਜਰ ਜਦੀਦ। ਇਹ ਤਾਂ ਹੈਗੀਆਂ ਨੇ ਸਪਸ਼ਟ ਹਦਾਇਤਾਂ, ਸਹੀ ਬਿਲਕੁਲ ਰੀਅਲ। ਬਾਕੀ ਹੁਣ ਕਈ ਥਾਂ ਤੇ ਕੰਟਰਾਡਿਕਟਰੀ ਵੀ ਹੈਗਾ, ਕਈ ਥਾਂ ਤੇ ਮੈਂ ਪੜ੍ਹਿਆ ਹੈਗਾ ਕਿਤੇ ਕੁਝ ਹੋਰ ਹੈ, ਕਿਤੇ ਕੁਝ ਹੋਰ ਹੈ, ਜਗ੍ਹਾ ਜਗ੍ਹਾ ਤੇ ਅਲੱਗ-ਅਲੱਗ ਥੋੜੀ ਉਹਦੀ ਇੰਟਰਪ੍ਰੀਟੇਸ਼ਨ ਕੱਢਣ 'ਚ ਗਲਤੀ ਹੋ ਜਾਂਦੀ ਹੈ, ਜਾਂ ਲਿਖਣ 'ਚ ਗਲਤੀ ਹੋ ਜਾਂਦੀ ਹੈ, ਜਾਂ ਸਾਡੇ ਪੜ੍ਹਨ 'ਚ ਗਲਤੀ ਹੋ ਜਾਂਦੀ ਹੈ, ਠੀਕ ਹੈ। ਪਰਫੈਕਟ ਰੂਲ ਇਹ ਹੈਗਾ। ਹੁਣ ਇੱਥੇ ਜੇ ਅਸੀਂ ਪੜ੍ਹ ਕੇ ਦੇਖਦੇ ਹਾਂ, ਬੰਜਰ ਜਦੀਦ ਦਾ ਅਰਥ ਉਸ ਜ਼ਮੀਨ ਤੋਂ ਹੈ ਜਿਹੜੀ ਕਾਸ਼ਤ ਲਈ ਹੋਵੇ ਪਰ ਉਸ ਨੂੰ ਆਰਜੀ ਤੌਰ ਤੇ 1 ਸਾਲ ਤੋਂ ਵੱਧ ਪਰ 5 ਸਾਲ ਤੋਂ ਘੱਟ। ਕੀ ਮਤਲਬ ਬਣਿਆ 5 ਸਾਲ? ਗਲਤ ਹੈ ਲਿਖਿਆ ਪਿਆ, 5 ਸਾਲ ਦੀ ਤਾਂ ਗੱਲ ਹੀ ਨਹੀਂ ਹੈਗੀ। ਚੌਥੀ ਫਸਲ ਤੇ ਹੋ ਜਾਂਦੀ ਹੈ, ਕਿ ਚੌਥੀ ਫਸਲ ਤੇ ਕਈ ਸਾਲ ਹੋਏ? 2 ਸਾਲ ਬਣਦੇ ਆ, ਠੀਕ ਹੈ ਜੀ। ਪਰ ਤੁਸੀਂ ਇਹ ਫੋਲੋ ਕਰੋ ਜਿਹੜਾ ਮੈਂ ਤੁਹਾਨੂੰ ਸਮਝਾਇਆ, ਸਿੰਪਲ ਜਿਹਾ ਤਰੀਕਾ ਜਮੀ। ਇਹ ਆਮ ਕਨਫਿਊਜ਼ਨ ਹੈ, ਚਾਹੇ ਸਾਡੀ ਸਰਵਿਸ 20 ਸਾਲ ਦੀ ਹੋਵੇ, 30 ਸਾਲ ਦੀ ਹੋਵੇ, ਅਸੀਂ ਵੀ ਉਲਝ ਜਾਂਦੇ ਹਾਂ ਇਹਦੇ ਵਿੱਚ। ਬੰਜਰ ਜਦੀਦ ਕਦੋਂ ਆਉਂਦੀ ਆ, ਬੰਜਰ ਜਦੀਦ ਕਦੋਂ ਬਣਦੀ? 3 ਫਸਲਾਂ ਖਾਲੀ ਰਹੇਗੀ, ਚੌਥੀ ਫਸਲ ਤੇ ਬੰਜਰ ਜਦੀਦ, 3 ਫਸਲਾਂ ਫਿਰ ਬੰਜਰ ਜਦੀਦ ਲਿਖੀ ਗਈ, ਚੌਥੀ ਫਸਲ ਤੇ ਫਿਰ ਬੰਜਰ ਕਦੀਮ। ਬਸ ਸਿੰਪਲ ਜਿਹਾ ਫੰਡਾ ਹੈਗਾ। ਕੁੱਲ ਬੀਜਿਆ ਰਕਬਾ ਕਿਹੜਾ ਹੁੰਦਾ ਹੈ? ਕੁੱਲ ਬੀਜਿਆ ਰਕਬਾ ਚਾਹੇ ਉਹ ਜਿਹੜੀ ਮਰਜ਼ੀ ਨੇਚਰ ਦਾ ਹੋਵੇ, ਪਰ ਬੀਜਿਆ ਹੋਵੇ, ਬਰਾਨੀ ਹੋਵੇ, ਚਾਹੀ ਹੋਵੇ, ਠੀਕ ਹੈ, ਨਹਿਰੀ ਚਾਹੀ ਹੋਵੇ, ਫਿਰ ਰਕਬਾ ਮਜਰੂਆ ਤੇ ਰਕਬਾ ਕੁੱਲ ਬੀਜੇ 'ਚ ਕੀ ਫਰਕ ਹੈ ਦੱਸੋ? ਜਿਹੜਾ ਵਾਹੀਯੋਗ ਔਰ ਮਜਰੂਆ ਜਿਹੜਾ ਬਿਲਕੁਲ ਕਾਸ਼ਤ ਨਹੀਂ ਹੁੰਦਾ, ਗੈਰ ਮਜਰੂਆ ਚ। ਵਾਹੀਯੋਗ ਦੇ ਵਿੱਚ ਚਾਹੀ, ਬਰਾਨੀ ਨਹੀਂ ਤੇ ਬਾਗ ਚਾਹੀ ਆ ਜਾਣੇ, ਮੈਂ ਗੈਰ ਮਜਰੂਏ ਦੇ ਵਿੱਚ ਮੈਂ ਗੈਰ ਮਜਰੂਏ ਚ ਬਾਕੀ ਸਾਰੇ ਆ ਜਾਣੇ। ਨਹੀਂ ਮੈਂ ਗੈਰ ਮਜਰੂਏ ਦੀ ਗੱਲ ਨਹੀਂ ਕੀਤੀ, ਮੈਂ ਸਿਰਫ ਇਹ ਪੁੱਛਿਆ ਹੈਗਾ ਵੀ ਕੁੱਲ ਬੀਜਿਆ ਰਕਬਾ ਤੇ ਰਕਬਾ ਮਜਰੂਆ ਦੋਵਾਂ 'ਚ ਕੀ ਅੰਤਰ ਹੈ? ਦੁਬਾਰਾ ਦੱਸੋ ਸਰ। ਕੁੱਲ ਸਰ ਬੀਜ- ਇਹਦੇ ਵਿੱਚ ਖਾਲੀ ਵੀ ਰਹਿ ਸਕਦਾ ਨਾ, ਜੇ ਚ ਕੁਝ ਨਹੀਂ ਭੇਜਿਆ। ਹਾਂ, ਖਾਲੀ ਵੀ ਰਹਿ ਸਕਦਾ ਹੈ। ਰਕਬਾ ਜਿਹੜਾ ਮਜਰੂਆ ਹੈ ਪਰ ਵਾਹੀਯੋਗ ਤਾਂ ਹੈ, ਪਰ ਉਹ 'ਚ ਖਾਲੀ ਵੀ ਰਹਿ ਸਕਦਾ ਹੈ, ਉਹ ਤਾਂ ਰਕਬਾ ਮਜਰੂਆ ਹੋਇਆ ਸਾਰਾ। ਕੁੱਲ ਬੀਜ ਰਕਬਾ ਉਹ ਜਿਹਦੀ 'ਚ ਕਾਸ਼ਤ ਹੋਈ ਆ ਉਸ ਫਸਲ ਦੇ ਵਿੱਚ, ਉਸ ਸਾਲ ਦੇ ਵਿੱਚ, ਠੀਕ ਹੈ ਜੀ। ਇੰਨਾ ਕੀ ਡਿਫਰੈਂਸ ਹੈਗਾ। ਖਰਾਬੇ ਬਾਰੇ ਹਦਾਇਤਾਂ ਤਾਂ ਤੁਹਾਨੂੰ ਗਰਦੌਰੀ 'ਚ ਕਿਵੇਂ ਦਰਜ ਕੀਤੀਆਂ ਜਾਂਦੀਆਂ ਨੇ ਪਤਾ ਹੀ ਹੈਗਾ। ਕੁਛ ਰੀਸੈਂਟ ਅਮੈਂਡਮੈਂਟਸ ਹੋਈਆਂ ਹੋਈਆਂ ਨੇ। ਸਟੈਂਡਰਡ ਤਾਂ ਪਹਿਲਾਂ ਸੀਗਾ, ਸਟੈਂਡਰਡ ਜੋ ਖਰਾਬਾ ਸੀਗਾ, ਸਟੈਂਡਰਡ ਬਾਰੇ ਤਾਂ ਪਹਿਲਾਂ ਸੀਗਾ 1 ਤੋਂ 25% ਤੱਕ ਜੇ ਖਰਾਬਾ ਹੈ ਤਾਂ ਆਪਾਂ ਉਸਨੂੰ ਖਰਾਬਾ ਨਹੀਂ ਸੀ ਫੜਦੇ। ਜੇ 26 ਤੋਂ ਲੈ ਕੇ 50 ਤੱਕ ਖਰਾਬਾ ਹੁੰਦਾ ਸੀ ਤਾਂ ਆਪਾਂ ਉਹਨੂੰ 50% ਖਰਾਬਾ ਲੈਂਦੇ ਸੀਗੇ, ਠੀਕ ਹੈ ਜੀ। 51 ਤੋਂ 75% ਖਰਾਬਾ ਸੀਗਾ ਤਾਂ 75 ਲੈਂਦੇ ਸੀਗੇ। ਜੇ 76 ਤੋਂ ਉੱਪਰ 100 ਤੱਕ ਖਰਾਬਾ ਸੀ ਤਾਂ ਉਹ 100% ਖਰਾਬਾ ਫੜ ਲੈਂਦੇ ਸੀਗੇ। ਪਰ ਹੁਣ ਕੁਝ ਅਮੈਂਡਮੈਂਟਸ ਹੈਗੀਆਂ ਨੇ, ਇਹ ਜਿਹੜੀ ਬੁੱਕ ਦੇ ਵਿੱਚ ਹੈਗੀਆਂ ਡਿਟੇਲਸ ਦਿੱਤੀਆਂ ਨਵੀਂ ਅਮੈਂਡਮੈਂਟਸ, ਇਹ ਬੁੱਕ ਦੇ ਵਿੱਚ ਹੈਗੀ ਆ, ਉਹਦੇ ਬਾਰੇ ਤੁਸੀਂ ਦੇਖ ਸਕਦੇ ਹੋ।
33 ਹੋ ਗਿਆ। ਹੈ ਜੀ। ਹੁਣ 26 ਤੋਂ 32 ਹੈ ਜੀ, 26 ਤੋਂ 32 26% ਤੋਂ ਲੈ ਕੇ 32% ਤੱਕ ਹੈ, ਜਿਹੜਾ ਪਹਿਲਾਂ 50% ਹੁੰਦਾ ਸੀਗਾ, ਤੇ ਫਿਰ 33% ਤੋਂ ਲੈ ਕੇ 75% ਹੈ, ਤੇ 76 ਤੋਂ 100 ਹੈਗਾ। ਯਾਨੀ ਕਿ ਜਿਹੜੀ 50% ਦੀ ਜਿਹੜੀ ਹੱਦ ਸੀਗੀ ਉਹਨੂੰ 32% ਤੱਕ ਹੀ ਰੱਖ ਲਿਆ। 26 ਤੋਂ 32% ਜੇ ਖਰਾਬਾ ਹੈਗਾ ਤਾਂ ਤੁਸੀਂ ਉਹਨੂੰ 50% 'ਚ ਪਕੜ ਲਓਗੇ। ਜੇ ਤੁਹਾਡਾ 33 ਤੋਂ 75% ਤੱਕ ਹੈ ਤਾਂ ਤੁਸੀਂ ਉਸ ਨੂੰ 75% ਤੱਕ ਪ੍ਰਜ਼ਿਊਮ ਕਰੋਗੇ ਖਰਾਬਾ ਹੈਗਾ। ਠੀਕ ਹੈ ਜੀ। ਜਿਹੜੇ ਨਵੇਂ ਰੇਟ ਨੇ ਇਹ 12,000 ਰੁਪਏ ਪਰ ਏਕੜ ਦਾ ਹੈਗਾ 100% ਦੇ ਵਿੱਚ। ਇਹ ਬੁੱਕ ਦੇ ਵਿੱਚ ਦੱਸਿਆ ਗਿਆ ਹਦਾਇਤਾਂ ਵਗੈਰਾ ਨਵੀਆਂ ਹੈਗੀਆਂ ਲਿਖੀਆਂ ਸਾਰੀਆਂ, ਤੁਸੀਂ ਦੇਖ ਲੈਣਾ ਇੱਕ ਵਾਰੀ। ਇਹ ਹੈਗਾ ਬੁੱਕ ਪੇਪਰ 'ਚ, ਇਹਦਾ ਚੈਪਟਰ ਹੈਗਾ 30 ਖਰਾਬੇ ਦੇ ਬਾਰੇ 'ਚ, ਇਹ ਤੁਸੀਂ ਦੇਖ ਲਿਓ ਜੀ। ਇੱਥੋਂ ਕਿਵੇਂ ਮੁਆਵਜ਼ੇ ਦੀ ਰਕਮ ਬਣਾਈ ਜਾਂਦੀ ਹੈ। ਆਮ ਤੌਰ ਤੇ ਸਾਡੇ ਬੰਦੇ ਕਈ ਵਾਰੀ ਕਨਫਿਊਜ਼ ਹੋ ਜਾਂਦੇ ਨੇ। ਕਿਵੇਂ ਕਨਫਿਊਜ਼ ਹੋ ਜਾਂਦੇ ਨੇ? ਮੰਨ ਲਓ ਖਰਾਬਾ ਹੈਗਾ ਕਿੱਲੇ ਦਾ ਰਕਬਾ ਹੈਗਾ 4 ਕਨਾਲਾਂ, ਠੀਕ ਹੈ। ਉੱਥੇ ਰਕਬੇ ਦਾ ਜਿਹੜਾ ਖਰਾਬਾ ਹੈ 50% ਜਾਂ 75% ਖਰਾਬਾ ਹੈਗਾ, ਜਾਂ 50% ਖਰਾਬਾ ਕਹਿ ਲਈਏ ਆਪਾਂ ਹੈਗਾ, ਤਾਂ ਆਪਾਂ ਕਈ ਵਾਰੀ ਕਨਫਿਊਜ਼ ਹੋ ਕੇ ਇਹ ਕਹਿੰਦੇ ਵੀ 4 ਕਨਾਲ ਦੇ ਰਕਬੇ ਨੂੰ ਫਿਰ ਅੱਗੇ 50% ਖਰਾਬਾ ਦੇ ਦੇਣੇ ਆ। ਨਹੀਂ, ਜਿਹੜਾ ਖਰਾਬਾ ਦਿੱਤਾ ਜਾਣਾ ਉਹ ਪੂਰੇ ਕਿੱਲੇ ਨੂੰ ਦਿੱਤਾ ਜਾਣਾ। ਉਹਦੀ ਜਿਹੜੀ ਰੇਸ਼ੋ ਹੈ ਉਹ 50% ਚਲੀ ਜਾਂਦੀ ਹੈ। ਜਿਹੜਾ ਖਰਾਬਾ ਰਕਬਾ ਇਕੱਲਾ ਉਹਨੂੰ ਨਹੀਂ ਫੜਨਾ ਸੀ। ਪੇਮੈਂਟ ਦੇਣ ਵੇਲੇ ਟੋਟਲ ਰਕਬੇ ਦੇ ਨੰਬਰ ਖਸਰੇ ਦੇ ਟੋਟਲ ਰਕਬੇ ਨੂੰ ਫੜਿਆ ਜਾਂਦਾ ਹੈ। ਉਹਦੇ ਉੱਪਰ ਹੀ ਜਿਹੜਾ ਪੈਸਾ ਹੈਗਾ ਵਾਸ਼ ਕੀਤਾ ਜਾਂਦਾ ਹੈ। ਕਈ ਵਾਰੀ ਦੇਖਣ ਦੇ ਵਿੱਚ ਆਇਆ ਹੈਗਾ ਸਾਡੇ ਬੰਦੇ ਕੁਝ ਕਨਫਿਊਜ਼ ਹੋ ਗਏ। ਕਈ ਵਾਰ ਜਿਹੜੇ ਨਵੇਂ ਮੁੰਡੇ ਆਉਂਦੇ ਆ ਉਹਨਾਂ ਨੂੰ ਇੰਨਾ ਐਕਸਪੀਰੀਅੰਸ ਕਈ ਵਾਰੀ ਨਹੀਂ ਹੁੰਦਾ, ਉਹ ਉਹਨੇ ਰਕਬੇ ਉੱਪਰ ਹੀ ਖਰਾਬਾ ਦੇ ਦਿੰਦੇ ਨੇ ਜਿੰਨਾ ਰਕਬਾ ਖਰਾਬ ਹੋਇਆ ਹੁੰਦਾ। ਜਿਵੇਂ ਕਿ ਖੇਤ ਦਾ ਰਕਬਾ 8 ਕਨਾਲਾ ਹੈਗਾ, 8 ਕਨਾਲ 'ਚੋਂ 4 ਕਨਾਲਾ ਖਰਾਬਾ ਹੋ ਗਿਆ, ਆਪਾਂ ਜੇ ਉਹਨੂੰ ਪ੍ਰਜ਼ਿਊਮ ਕਰਦੇ ਹਾਂ 50%, ਤਾਂ ਫਿਰ 4 ਕਨਾਲ ਨੂੰ ਰਕਬਾ ਖਰਾਬਾ ਦੇ ਦਿੰਦੇ ਆ। 4 ਕਨਾਲ ਦੇ ਉੱਪਰ 50% ਲੱਗ ਗਿਆ, ਉਹ ਤਾਂ ਫਿਰ ਰਕਬੇ ਦੀ ਜਿਹੜੀ ਰਕਮ ਹੁੰਦੀ ਆ ਘੱਟ ਜਾਂਦੀ ਹੈ ਹੋਰ ਵੀ ਜ਼ਿਆਦਾ। ਇਸ ਕਰਕੇ ਜਦੋਂ ਰਕਮ ਦੇਣੀ ਹੈ ਅਸੀਂ ਤਾਂ 8 ਕਨਾਲ ਦੇ ਉੱਪਰ ਹੀ ਦੇਣੀ ਹੈ। ਉਸਨੂੰ 50% ਜਿਹੜੀ ਰੇਸ਼ੋ ਹੈਗੀ ਉਹਦੇ ਮੁਤਾਬਕ ਪੇਮੈਂਟ ਦੇਣੀ ਹੁੰਦੀ ਹੈ। ਸਰ ਟੋਟਲ ਲੈਂਡ ਹੈਗੀ 8 ਕਨਾਲ। 8 ਕਨਾਲ ਦੇ ਵਿੱਚ 4 ਕਨਾਲ ਹੈਗੀ ਚਰੀ ਬੀਜੀ ਹੋਈ ਹੈ ਤੇ 8 ਕਨਾਲ 'ਚ ਮੱਕੀ ਬੀਜੀ ਹੈ। ਚਰੀ ਠੀਕ ਹੈ, ਮੱਕੀ ਖਰਾਬ ਹੈ। ਮੱਕੀ ਜਿਹੜੀ ਹੈ 4 ਕਨਾਲ ਦੇ ਵਿੱਚ 2 ਕਨਾਲ ਜਿਹੜੀ ਹੈਗੀ ਖਰਾਬ ਹੈ। ਕਿਸ ਤਰ੍ਹਾਂ ਦੇਖੋ ਹਦਾਇਤਾਂ ਸਰਕਾਰ ਦੀਆਂ ਦੇਖੀਆਂ ਜਾਂਦੀਆਂ ਉਸ ਸਾਲ ਕਿਹੜੀਆਂ ਆਉਂਦੀਆਂ ਨੇ। ਤੁਸੀਂ ਮੱਕੀ ਚਾਰੇ ਤੇ ਵੀ ਤਾਂ ਕੀ ਖਰਾਬਾ ਦੇਣਾ ਹੈਗਾ। ਉਹ ਠੀਕ ਹੈ, ਚਰੀ ਠੀਕ ਹੈ। ਫਿਰ ਤੁਸੀਂ ਜਿੰਨਾ ਕਾਸ਼ਤ ਕੀਤਾ ਗਿਆ ਰਕਬਾ ਹੈ ਜਿਹਦੇ ਵਿੱਚ ਖਰਾਬਾ ਹੋਇਆ ਹੈ, ਫਿਰ ਤਾਂ ਤੁਸੀਂ ਉਹਨੂੰ 4 ਕਨਾਲ ਪ੍ਰਜ਼ਿਊਮ ਕਰੋਗੇ। 4 ਕਨਾਲ ਦੇ ਵਿੱਚੋਂ ਜੇ 50% ਖਰਾਬਾ ਹੋ ਗਿਆ, 25% ਖਰਾਬਾ ਹੋ ਗਿਆ ਤੁਹਾਡਾ, ਠੀਕ ਹੈ, ਉਹ 4 ਕਨਾਲਾਂ ਰਕਬੇ ਨੂੰ ਤੁਸੀਂ ਪ੍ਰਜ਼ਿਊਮ ਕਰੋਗੇ ਵੀ ਫਸਲ ਬੀਜੀ ਕਿੰਨੀ ਸੀਗੀ, ਖਰਾਬ ਕਿੰਨੀ ਹੋਈ ਉਹਦੇ ਵਿੱਚੋਂ। ਜੇ 4 ਦੀ 4 ਕਨਾਲਾਂ ਖਰਾਬ ਹੋ ਗਈ ਤਾਂ 4 ਕਨਾਲਾਂ ਰਕਬੇ ਨੂੰ 100% ਚਲਾਓਗੇ। ਉੱਥੇ ਫਿਰ ਤੁਸੀਂ ਕਿੱਲਾ ਨਹੀਂ ਪ੍ਰਜ਼ਿਊਮ ਕਰੋਗੇ ਜਦੋਂ ਫਸਲ ਉੱਥੇ ਬੀਜੀ ਨਹੀਂ ਗਈ ਜਿਹੜੀ ਖਰਾਬ ਹੋਈ ਹੈ। ਜਿੰਨੀ ਫਸਲ ਬੀਜੀ ਗਈ ਹੈ ਉਸੇ ਨੂੰ ਅਸੀਂ ਪ੍ਰਜ਼ਿਊਮ ਕਰਨਾ ਟੋਟਲ ਰਕਬਾ। ਬਾਕੀ ਇਹਦੇ ਨਾਲ ਤੁਹਾਡਾ ਜਿਹੜਾ ਹੈਗਾ ਇਹ ਲੈਂਡ ਰਿਕਾਰਡ ਮੈਨੂਅਲ ਖਤਮ ਹੋ ਜਾਂਦਾ ਹੈ। ਠੀਕ ਹੈ, ਕਿਸੇ ਦਾ ਕੋਈ ਕੁਐਸਚਨ ਹੈ ਕਰ ਸਕਦਾ। ਬਾਕੀ ਤੁਸੀਂ ਮੇਰੇ ਖਿਆਲ ਹੈ ਜਿਹੜੀ ਜਿਹੜੇ ਬੰਦੇ ਨਵੇਂ ਆਏ ਨੇ ਇਸ ਉਹਦੇ ਵਿੱਚ ਜਿਹਨਾਂ ਐਗਜ਼ਾਮ ਦੇਣੇ, ਜੇ ਪਟਵਾਰੀ ਕਾਨੂੰਗੋ ਨਹੀਂ ਪਹਿਲਾਂ ਰਹੇ ਹੈਗੇ, ਉਹਨਾਂ ਨੂੰ ਇਹ ਬੁੱਕ ਕੰਸਲਟ ਕਰ ਲੈਣੀ ਚਾਹੀਦੀ ਹੈ। ਤਾਂ ਇਹਦੇ ਵਿੱਚ ਸਾਰਾ ਕੁਝ ਹੀ ਕਵਰ ਹੋ ਜਾਂਦਾ ਆਲਮੋਸਟ ਡਿਟੇਲ 'ਚ ਹੋ ਜਾਂਦਾ ਹੈ। ਚਾਹੇ ਉਹ ਖਰਾਬੇ ਬਾਰੇ ਹੈ, ਚਾਹੇ ਉਹ ਰਕਬੇ ਬਾਰੇ ਹੈ, ਚਾਹੇ ਕਿਸੇ ਵੀ ਕੁਰਸੀਨਾਮੇ ਦੇ ਬਾਰੇ, ਚਾਹੇ ਜਮਾਬੰਦੀ ਬਾਰੇ, ਚਾਹੇ ਇੰਤਕਾਲਾਂ ਦੇ ਬਾਰੇ, ਚਾਹੇ ਇੰਤਕਾਲਾਂ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ ਨੇ, ਇਹ 'ਚ ਆਲਮੋਸਟ ਕਵਰ ਹੁੰਦਾ। ਬੰਦਾ 2 ਨੰਬਰ ਪੇਪਰ ਕਰਾਸ ਪਾਸ ਕਰ ਸਕਦਾ ਹੈ ਇਹ ਬੁੱਕ ਪੜ੍ਹ ਕੇ। ਸਰ ਇੱਕ ਕੁਐਸਚਨ ਦੱਸਿਓ ਜੀ। ਕਾਰਨ ਦੱਸੋ ਕਿ ਕਿਉਂ ਮਾਲ ਅਫਸਰ ਲਾਲ ਲਕੀਰ ਅੰਦਰ ਜਾਇਦਾਦ ਦੀ ਵੰਡ ਕਰਨ ਬਾਰੇ ਸਮਰਥ ਨਹੀਂ ਹੈ ਅਤੇ ਕਿਉਂ ਇਸ ਦੀ ਭੂਮਿਕਾ ਸਿਵਲ ਕੋਰਟ ਨੂੰ ਸੌਂਪੀ ਗਈ ਹੈ। ਸੈਕਸ਼ਨ 4 ਆਫ ਦਾ ਲੈਂਡ ਰੈਵਨਿਊ ਐਕਟ। ਹਾਂਜੀ,
ਸੈਕਸ਼ਨ 4 ਆਫ ਦਾ ਲੈਂਡ ਰੈਵਨਿਊ ਐਕਟ, ਇੱਕ ਸੈਕਿੰਡ ਸਰ ਲੈ ਲੈਣ ਦਿਓ। section 4 of the land revenue act, property situated within the red line land revenue act is not applicable, so that we cannot partition ਅਸੀਂ ਉਹਦੇ ਕੋਈ ਇੰਤਕਾਲ ਨਹੀਂ ਕਰ ਸਕਦੇ ਲਾਲਗੀ ਦੇ ਅੰਦਰ। ਸੈਕਸ਼ਨ 4 section 4 of the land revenue act। ਥੈਂਕ ਯੂ ਸਰ। ਹਾਂਜੀ ਠੀਕ ਹੈ ਜੀ, class is over, thank you very much।